ਵਾਹਿਗੁਰੂ ਜੀ। ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਵਨ ਅਰ ਫੁੱਲੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਨਿਤਨੇਮ ਉਪਰੰਤ ਜੋ ਲੜੀਵਾਰ ਕਥਾ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੋਈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਦਮਦਮਾ ਸਾਹਿਬ ਬੈਠ ਕੇ ਇੰਨੇ ਜੰਗਾਂ ਜੁੱਧਾਂ ਦੇ ਰੁਝਾਨ ਹੋਣ ਦੇ ਬਾਵਜੂਦ ਖਾਲਸੇ ਦੀ ਬੇਨਤੀ ਮੰਨ ਕੇ ਇੱਕ ਓਅੰਕਾਰ ਤੋਂ 18-10-20 ਤੱਕ ਸੰਪੂਰਨ ਕਥਾ ਆਪਣੀ ਰਸਨਾ ਤੋਂ ਸਰਵਣ ਕਰਾਈ। ਤੇ ਉਹ ਖਾਲਸੇ ਵਿੱਚ ਜੋ ਅਰਥ ਸਤਿਗੁਰੂ ਮਹਾਰਾਜ ਸਾਹਿਬ ਨੇ ਬਖਸ਼ੇ ਸੰਪਰਦਾਵਾਂ ਦੇ ਰੂਪ ਦੇ ਅੰਦਰ, ਉਹ ਵਿਰਸੇ ਨੂੰ ਹੁਣ ਤੱਕ ਉਵੇਂ ਸੰਭਾਲ ਕੇ ਰੱਖਿਆ ਹੋਇਆ। ਉਸ ਖਜ਼ਾਨੇ 'ਚ ਵਾਧਾ ਕੀਤਾ ਹੈ, ਕੋਈ ਘਟਣ ਨਹੀਂ ਦਿੱਤਾ। ਖਜ਼ਾਨਾ ਪਿਓ ਦਾਦੇ ਦਾ ਖਜ਼ਾਨਾ ਸੀ। ਤਤਵੇ ਤੇ ਮਹਾਂਪੁਰਸ਼ਾਂ ਨੂੰ ਜੋ ਅਨਭਵੀ ਅਰਥ ਫੁਰਦੇ ਰਹੇ, ਉਹ ਵੀ ਇਸ ਖਜ਼ਾਨੇ ਵਿੱਚ ਦਾਖਲ ਹੁੰਦੇ ਗਏ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸ੍ਰੀ ਰਾਗ ਵਿੱਚ 23 ਸ਼ਬਦ ਹੋ ਚੁੱਕੇ ਹਨ। 24ਵਾਂ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਮਨ ਵਿੱਚ ਇਕਾਗਰ ਕਰਕੇ ਸਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। 31 ਰਾਗਾਂ ਦੇ ਵਿੱਚੋਂ ਇਹ ਸ੍ਰੀ ਰਾਗ ਹੈ, ਜਿਹਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਹੈ। ਰਾਗ ਦੇ ਦੂਸਰੇ ਸੁਰਤਾਲ ਵਿੱਚ ਹੈ। ਰਾਗ ਬਾਰੇ ਆਪ ਜੀ ਪਹਿਲਾਂ ਸੁਣ ਚੁੱਕੇ ਹੋ। ਇਹ ਰਾਗ ਦੀਆਂ ਕਿਹੜੀਆਂ ਸੁਰਾਂ, ਰੋਹੀ ਅਵਰੋਹੀ ਦੇ ਵਿੱਚ ਇਹਦੇ ਗਾਇਨ ਕਰਨ ਦਾ ਸਮਾਂ ਕਿਹੜਾ, ਇਹ ਸਭ ਕੁਝ ਵਿਚਾਰਾਂ ਹੋ ਚੁੱਕੀਆਂ ਹਨ। ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਜੇ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਘਰ ਦੂਜੇ ਦਾ ਇਹ ਮਤਲਬ ਹੈ, ਜਿਵੇਂ ਸੰਸਕ੍ਰਿਤ 'ਚ ਧਾਮ ਹੁੰਦੇ ਨੇ, ਗੁਰੂ ਸਾਹਿਬ ਨੇ ਘਰ ਸ਼ਬਦ ਵਰਤਿਆ। ਇਹਦੇ 'ਚ ਮਹਾਰਾਜ ਸਾਹਿਬ ਜੀ ਵੈਰਾਗ ਜਨਕ ਉਪਦੇਸ਼ ਦਿੰਦੇ ਆ, ਕਿਉਂਕਿ ਜਿੰਨੀ ਦੇਰ ਤੱਕ ਵੈਰਾਗ ਨਹੀਂ ਪੈਦਾ ਹੁੰਦਾ, ਮਾਇਆ ਦਾ ਪ੍ਰਭਾਵ ਸਾਡੇ ਮਨ ਤੋਂ ਜਾ ਨਹੀਂ ਸਕਦਾ। ਮਾਇਆ ਅਨੇਕ ਰੂਪ ਹੋ ਕਰਕੇ ਵਰਤ ਰਹੀ ਹੈ, ਸੋ ਉਹਦਾ ਪ੍ਰਭਾਵ ਚੁੱਕਣ ਵਾਸਤੇ ਵੈਰਾਗ ਹੈ। ਵੈਰਾਗ ਜਨਕ ਉਪਦੇਸ਼ ਦਿੰਦੇ ਨੇ ਕਿ ਐ ਜੀਵ ਜਰਾ ਵਿਚਾਰ ਕੇ ਦੇਖ, ਧਨ ਜੋਵਨ ਅਰ ਫੁੱਲੜਾ। ਧਨ ਮਾਇਆ ਦਾ ਨਾਮ ਹੈ, ਜੋ ਰੋਕੜ ਵਰਤਦੇ ਹਾਂ ਅਸੀਂ। ਜੋਵਨ ਜਵਾਨੀ ਦਾ ਨਾਮ ਹੈ, ਜਵਾਨ ਅਵਸਥਾ ਹੈ। ਇਹ ਹੈ ਕਿਸ ਤਰ੍ਹਾਂ? ਕਹਿੰਦੇ ਫੁੱਲੜਾ, ਫੁੱਲ ਦੀ ਨਿਆਈਆਂ ਹੈ। ਜੋ ਅਵਸਥਾ ਹੈ, ਕਾਹੇ ਭਾਈ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਾ ਸਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲੇ। ਉਹ ਕਿਵੇਂ ਭੁੱਲ ਗਏ ਤੈਨੂੰ ਦਿਨ ਜਦੋਂ ਮਾਤਾ ਦੇ ਗਰਭ ਦੀ ਪੁੱਠਾ ਲਟਕਦਾ, ਸਿਰ ਹੇਠਾਂ ਨੂੰ ਸੀ, ਲੱਤਾਂ ਤਾਹ ਨੂੰ ਸੀ। ਹੁਣ ਕਿਤੇ ਤੂੰ 10-15 ਮਿੰਟ ਲੱਤਾਂ ਤਾਹ ਨੂੰ ਕਰਕੇ ਦੇਖ, ਤੇਰਾ ਕੀ ਬਣੇਗਾ। ਤੇ ਜਿੰਨਾ ਤੂੰ 10-15 ਮਿੰਟ ਦੇ ਵਿੱਚ ਕੁਝ ਘੜੀਆਂ ਔਖਾ ਹੋਏਗਾ, ਇੰਨਾ 9 ਮਹੀਨੇ ਔਖਾ ਹੁੰਦਾ ਰਿਹਾ। ਉਹ ਦਿਨ ਕਿਵੇਂ ਭੁੱਲ ਗਏ ਤੈਨੂੰ। ਇਹ ਧਨ ਤੇ ਜਵਾਨੀ ਤਾਂ ਫੁੱਲਾਂ ਦੀ ਨਿਆਈ ਹੋਈ ਹੈ। ਥੋੜੇ ਸਮੇਂ ਰਹਿਣ ਵਾਲੇ ਨੇ, ਇਹਨਾਂ ਦੇ ਚ ਕਾਹਦੇ ਲਈ ਫੁੱਲਿਆ ਫਿਰਦਾ ਹੈ। ਮਾਟੀ ਫੁੱਲੀ ਰੂਪ ਵਿਕਾਰ। ਇਸ ਕਰਕੇ ਭਾਈ ਇਹ ਆਪਣੀ ਜਵਾਨੀ ਤੇ ਆਪਣੇ ਧਨ ਦੇ ਉੱਤੇ ਜਿਹੜੇ ਵਾਹਿਗੁਰੂ ਨੇ ਬਖਸ਼ਿਆ, ਥੋੜਾ ਜਿਹਾ ਖਿਆਲ ਕਰ। ਨਾਠੀੜੇ ਦਿਨ 4। ਇਹ ਤਾਂ 4 ਦਿਨਾਂ ਦੇ ਪ੍ਰਾਹੁਣੇ ਆ। ਨਾਠੀੜੇ ਨਾਮ ਦਾ ਪ੍ਰਾਹੁਣੇ ਨੂੰ ਕਹਿੰਦੇ ਆ ਵੀ 4 ਦਿਨਾਂ ਦੇ ਚ ਨੱਠ ਜਾਣ ਵਾਲੇ ਆ।
ਇਸ ਕਰਕੇ ਇਹਦੇ ਦੋ ਹੀ ਅਰਥ ਹੈ। ਨਾਠੀੜੇ ਪ੍ਰਾਹੁਣੇ ਨੂੰ ਵੀ ਕਹਿੰਦੇ ਨੇ, ਨਾਠੀੜੇ ਨੱਠਣ ਨੂੰ ਵੀ ਕਹਿੰਦੇ। ਇਹ 4 ਦਿਨਾਂ ਦੇ ਵਿੱਚ ਨੱਠ ਜਾਣੇ। ਜੀਵਨ ਧਨ ਜੁਆਮੀ ਥੋੜੇ ਦਿਨਾਂ ਦੀ ਹੈ, ਪ੍ਰਾਪਤ ਹੈ ਤੈਨੂੰ ਪਰ ਇਹ ਨਾਸਵਾਨ ਹੈ। ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਆ। ਉਹਨਾਂ ਦਿਨਾਂ ਦੇ ਵਿੱਚੋਂ ਇੱਕ ਅੱਜ ਦਾ ਦਿਨ ਕੱਢ ਦਈਏ, ਇੱਕ ਜਨਮ ਦਾ ਦਿਨ ਕੱਢ ਦਈਏ, ਇੱਕ ਮੌਤ ਦਾ ਦਿਨ ਕੱਢ ਦਈਏ, ਤੇ ਬਾਕੀ ਕਹਿ ਰਹੇ 4 ਰਹੇ। ਬਾਕੀ ਕਹਿੰਦੇ 4 ਦਿਨਾਂ ਦੀ ਹੈ। 4 ਦਿਨ ਗਿਣਿਆ ਤਾਂ ਗਿਣੇ ਨੇ ਮਹਾਰਾਜ ਨੇ ਵੀ ਇਹਦੇ ਚ 3 ਦਿਨ ਆਏ ਕੱਢ ਦਈਏ ਹਫ਼ਤੇ ਚੋਂ, ਬਾਕੀ 4 ਦਿਨ ਰਹੇ। ਇਹ 4 ਦਿਨਾਂ ਦੀ ਖੇਡ ਹੈ। ਸਮਝ ਵਿੱਚ ਆਉਂਦੀ ਆ ਭਾਈ ਲਾਹਾ ਲੈ ਲਓ, ਤੇ ਨਹੀਂ ਤਾਂ ਫਿਰ ਕਾਲ ਤਾਂ ਬਚਪਨ ਵਿੱਚ ਵੀ ਆ ਜਾਂਦਾ, ਜਵਾਨੀ 'ਚ ਬੁਢਾਪੇ 'ਚ ਤਾਂ ਆਉਣਾ ਹੀ ਆਉਣਾ। ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ, ਕਿਸੇ ਬੰਦੇ ਦਾ ਨਹੀਂ। ਇਸ ਕਰਕੇ ਕਹਿੰਦੇ ਸੱਜਣਾ ਇਹ ਖਿਆਲ ਕਰ। ਪੱਬਣ ਕੇਰੇ ਪਤ ਜਿਉ। ਇਹਦੇ 'ਚ ਪਾਠ ਕਈ ਆਉਣਗੇ ਅੱਜ ਸ਼ਬਦ ਵਿੱਚ। ਇਹ ਤੁਸੀਂ ਪੋਥੀਆਂ 'ਚ ਪੂਰਾ ਭਾਈ ਧਿਆਨ ਰੱਖੋ। ਜਿਹੜੀ ਪੋਥੀਆਂ ਵਾਲੇ ਹੋ, ਤੁਹਾਡਾ ਧਿਆਨ ਪੋਥੀ ਤੋਂ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ, ਤਾਂ ਕਿ ਪਦ ਸਮਝ ਆਵੇ। ਇਹ ਪੱਬਣ ਤੇ ਪਤ ਦੋਹੇ ਅਧਿਕ ਸਹਿਤ ਪਾਠ ਹੈ। ਜੇ ਇਹਨੂੰ ਪੋਲਾ ਬੋਲਤਾ ਤਾਂ ਪਵਨ ਹਵਾ ਦਾ ਵਾਚਕ ਬਣ ਜਾਊਗਾ। ਜੇ ਪੋਲਾ ਬੋਲ ਦਿੱਤਾ ਪਤ ਨੂੰ ਤਾਂ ਇੱਜ਼ਤ ਦਾ ਵਾਚਕ ਬਣ ਜਾਊ। ਅਰਥ ਦਾ ਅਨਰਥ ਹੋ ਜਾਣਾ ਇਹਦੇ ਨਾਲ। ਇਸ ਕਰਕੇ ਇਹਨੂੰ ਪੱਬਣ ਕੇਰੇ ਪਤ ਜਿਉਂ। ਪੱਬਣ ਚਪੱਤੀ ਨੂੰ ਕਹਿੰਦੇ ਆ। 4 ਪੱਤਿਆਂ ਵਾਲੀ ਹੁੰਦੀ ਹੈ, ਰੂੜੀਆਂ ਤੇ ਆਮ ਖੜੀ ਹੁੰਦੀ ਹੈ। ਜਿਵੇਂ ਚਪੱਤੀ, ਕੇਰੇ ਦਾ ਭਾਵ ਹੈ ਦੇ, ਉਸ ਦੇ ਪੱਤੇ ਹੁੰਦੇ ਨੇ ਜਿਹੜੇ। ਪੱਤ ਤਾਂ ਬੋਲਣੇ, ਪੱਤਿਆਂ ਨੂੰ ਕਹਿੰਦੇ ਨੇ। ਉਹ ਜਿਹੜੇ ਪੱਤੇ ਨੇ ਤੇ ਉਵੇਂ ਤੇਰਾ ਸਰੀਰ ਦੇ ਅੰਗ ਆਦਿਕ ਨੇ। ਇਹ ਚਪੱਤੀ ਦੇ ਪੱਤਿਆਂ ਦੀ ਨਿਆਈ ਹੈ। ਚਪੱਤੀ ਦੇ ਪੱਤੇ ਜਿਹੜੇ ਨੇ ਉਹ ਪਾਣੀ ਖਤਮ ਹੋ ਜਾਵੇ ਨਾਲ ਹੀ ਢੁਲਕ ਜਾਂਦੇ ਆ। ਇਸ ਕਰਕੇ ਚਪੱਤੀ ਦੇ ਪੱਤਿਆਂ ਵਾਲਾ ਹਿਸਾਬ ਹੈ ਤੇਰਾ। ਢਲ ਢੁਲ ਜੁਮਣ ਹਾਰ। ਢਲ ਤੇ ਢੁਲ 2 ਪਦ ਨੇ, ਉਹਦੇ ਚ ਮਾਤਰਾ ਦਾ ਹੀ ਫਰਕ ਹੈ, ਅਰਥ ਵਿੱਚ ਨਹੀਂ ਬਹੁਤਾ ਫਰਕ। ਢਲ ਢੁਲ ਇਹਦੇ ਜਿਵੇਂ ਦੂਰੀ ਬੋਲੀ ਆ ਪੰਜਾਬੀ, ਤੇ ਉਹਦੇ ਵਿੱਚ 2 ਅਸੀਂ ਗੱਲਾਂ ਕਹਿ ਦਿੰਦੇ ਆ। ਇਹ ਢਲ ਢੁਲ ਕਿਹਾ ਹੈ। ਉਹ ਕਹਿੰਦੇ ਚੱਲ ਚੁੱਲ, ਢਲ ਢੁਲ ਉਸੇ ਤਰ੍ਹਾਂ ਹੈ, ਪਰ ਅਰਥਾਂ ਦੇ ਵਿੱਚ ਫਿਰ ਵੀ ਇਹਨੂੰ ਸੰਪਰਦਾ 'ਚ ਵੱਖਰਾ ਵੱਖਰਾ ਲਿਆ। ਤੇ ਜਿਸ ਤਰ੍ਹਾਂ ਚਪੱਤੀ ਦੇ ਪੱਤੇ ਨਾਲ ਹੀ ਢਲਕ ਜਾਂਦੇ ਨੇ, ਕਦੋਂ ਸਰੋਵਰ ਦਾ ਪਾਣੀ ਢੁਲਕ ਜਾਵੇ, ਪਾਣੀ ਦਾ ਦਰਵੀਭੂਤ ਹੋਣਾ, ਢਲ ਜਾਣਾ, ਚਲੇ ਜਾਣਾ, ਖਤਮ ਹੋ ਜਾਣਾ। ਛੱਪੜਾਂ 'ਚ ਪਾਣੀ ਸੁੱਕ ਨਹੀਂ ਜਾਂਦਾ। ਉਹ ਜਦੋਂ ਪਾਣੀ ਇੱਕ ਢੁੱਲ ਨੂੰ ਤਾਂ ਉਹਦੇ ਤੇ ਲਾ ਲਓ, ਢੁਲਕ ਗਿਆ ਪਾਣੀ ਜਦੋਂ ਉਹਦੇ ਵਿੱਚੋਂ, ਤਾਂ ਉਹਦੇ ਜਿਹੜੇ ਪੱਤੇ ਸੀ ਚਪੱਤੀ ਦੇ ਉਹ ਵੀ ਢੁਲ ਕੇ ਨਾਲ ਹੀ ਮਰਝਾ ਗਏ, ਉਹ ਵੀ ਅਖੀਰ ਨੂੰ ਝੜ ਜਾਣਗੇ। ਤੇ ਢਲ ਢੁਲ, ਹਾਂਜੀ ਬੋਲਦੇ ਹੋਗੇ ਪੰਕਤੀ ਦੁਬਾਰੇ ਬੋਲਿਓ। ਢਲ ਢੁਲ ਜੁਮਣ ਹਾਰ। ਇਹ ਜੁਮਣ ਹਾਰ ਦਾ ਅਰਥ ਹੈ ਤੇ ਜਨਮ ਲੈਣਾ, ਜੁਮਣਾ, ਜੰਮਣਾ ਭਾਵ ਪੈਦਾ ਹੋਣਾ। ਜਿਵੇਂ ਉਹ ਪੱਤੇ ਜੁੰਮੇ ਸੀ, ਪੈਦਾ ਹੋਏ ਸੀ। ਮਹਾਰਾਜ ਕਹਿੰਦੇ ਅਸੀਂ ਵੀ ਇਸੇ ਤਰ੍ਹਾਂ ਮਨੁੱਖ ਸਰੀਰ ਇਸ ਤਰ੍ਹਾਂ ਪੈਦਾ ਹੁੰਦਾ ਹੈ। ਜਿਵੇਂ ਉਹ ਪੱਤੇ ਤੇ ਹਾਰ ਨਾਮ ਹਾਰ ਜਾਣਦਾ ਹੁੰਦਾ, ਭਾਵੇਂ ਹਾਰ ਨਾਮ ਹਰਨ ਦਾ ਨਾਸ ਹੋਣ ਦਾ ਹੈ। ਜਿਵੇਂ ਉਹ ਪੱਤੇ ਨਾਸ ਹੋ ਗਏ ਤੇ ਇਸੇ ਤਰ੍ਹਾਂ ਤੇਰਾ ਸਰੀਰ ਨਾਸ ਹੋ ਜਾਣਾ। ਸਰੋਵਰ ਦਾ ਪਾਣੀਆਂ ਢੁਲ ਗਿਆ ਉੱਥੇ, ਤੇ ਪੱਤੇ ਉਹਦੇ ਆਸਰੇ ਸੀ, ਹਰਿਆਵਲ ਸੀ ਜਿਹੜੀ। ਚਪੱਤੀ ਦੇ ਪੱਤੇ ਸੁੱਕ ਗਏ ਨਾਲ ਹੀ। ਇਸ ਤਰ੍ਹਾਂ ਪਦਾਰਥਾਂ ਰੂਪੀ ਪਾਣੀ ਜਿਹੜਾ ਹੈ ਇਹਨੇ ਢਲਕ ਜਾਣਾ, ਮੁੱਕ ਜਾਣਾ। ਕਦੋਂ? ਜਦੋਂ ਦੇਹੀ ਢਲ ਕੇ ਕੁੱਬੀ ਹੋ ਜਾਂਦੀ ਹੈ, ਜਵਾਨੀ ਢੁਲ ਗਈ ਤੇ ਸਰੀਰ ਕੁੱਬਾ ਹੋ ਗਿਆ। ਇਸ ਕਰਕੇ ਜੁੰਮਣ ਹਾਰ ਜੋ ਸਰੀਰ ਜੰਮਿਆ ਸੀ ਉਹ ਹਾਰ ਨਾਸ ਹੋ ਜਾਏਗਾ, ਬੁਢਾਪੇ ਤੋਂ ਬਾਅਦ ਨਾਸ ਹੋ ਜਾਂਦਾ। ਬਾਲ ਜਵਾਨੀ ਔਰ ਬਿਰਥਪਨ 3 ਅਵਸਥਾ ਜਾਨ, ਕਹੋ ਨਾਨਕ ਹਰ ਪਹਿਲ में बिरथा सभी माने। बेअर्थ ही है, ਚਾਹੇ ਬਚਪਨ ਹੈ, ਚਾਹੇ ਜਵਾਨੀ ਹੈ, ਚਾਹੇ ਬੁਢਾਪਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਇਸ ਤਰ੍ਹਾਂ ਦੀ ਢਲਣ ਵਾਲੀ ਹੈ। ਤੇ ਜਿਵੇਂ ਬਚਪਨ ਜਵਾਨੀ ਦੇ ਵਿੱਚ ਧਾਤ ਮਾਰ ਕੇ ਦੇਖ, ਬਚਪਨ ਨਹੀਂ ਰਿਹਾ ਤੇਰੇ ਕੋਲ। ਬੁਢਾਪੇ ਦੇ ਵਿੱਚ ਇਤਿਹਾਸ 'ਚ ਹਾਥ ਮਾਰ ਕੇ ਦੇਖ, ਜਵਾਨੀ ਵੀ ਨਹੀਂ ਰਹੀ। ਫਿਰ ਤੂੰ ਮੌਤ ਤੋਂ ਪਹਿਲਾਂ ਹੀ ਦੇਖ ਲੈ ਵੀ ਬੁਢਾਪਾ ਕਿਹੜਾ ਰਹਿਣਾ ਹੈ। ਇਹ ਵੀ ਮੌਤ ਨੇ ਹੜੱਪ ਕਰ ਜਾਣਾ।
ਇਹ ਕਰਨਾ ਕੀ ਹੈ? ਉਹ ਹੁਣ ਗੁਰੂ ਨਾਨਕ ਸਾਹਿਬ ਦੱਸਦੇ ਹਨ। ਰੰਗ ਮਾਨ ਲੈ ਪਿਆਰਿਆ, ਪਿਆਰ ਨਾਲ ਉਪਦੇਸ਼ ਦਿੰਦੇ ਆ ਗੁਰੂ ਨਾਨਕ ਸਾਹਿਬ। ਇਹ ਪਿਆਰਿਆ, ਪਰਮੇਸ਼ਰ ਦੇ ਰੰਗ ਪ੍ਰੇਮ, ਰੰਗ ਦਾ ਅਰਥ ਪ੍ਰੇਮ, ਜਾਂ ਰੰਗ ਦਾ ਅਰਥ ਆਨੰਦ, ਮਾਣ ਦਾ ਅਰਥ ਹੈ ਹੰਡਾਉਣਾ। ਪਰਮਾਤਮਾ ਦੇ ਨਾਮ ਦਾ, ਪ੍ਰੇਮ ਦਾ ਹੰਡਾਉਣਾ ਕਰ। ਇਹ ਰੰਗ ਆਪਣੇ ਮਨ ਰੂਪੀ ਵਸਤੂ ਨੂੰ ਚਾੜ, ਪ੍ਰੇਮ ਨੂੰ ਧਾਰਨ ਕਰਨਾ ਕਰ। ਤੇ ਜਿੰਨੀ ਦੇਰ ਤੱਕ ਜਾ ਜੋਬਨ ਨਾ ਹੁਲਾ, ਜਿੰਨੀ ਦੇਰ ਤੱਕ ਤੇਰੀ ਜੋਬਨ ਜਿਹੜੀ ਜਵਾਨੀ ਹੈ, ਜਿੰਨਾ ਚਿਰ ਜਵਾਨੀ ਤੇਰੀ ਹੁੱਲਾ ਹੁੱਲੀ ਨਹੀਂ ਹੈ। ਜੇ ਹੁੱਲਣਾ ਹੁੰਦਾ ਜਿਵੇਂ ਕੋਈ ਫਸਲ ਬੀਜੀ ਹੋਵੇ, ਉਹ ਖੇਤੀ ਆ ਜਿਹੜੀ ਹੁੱਲ ਜਾਵੇ ਨਾ, ਫਿਰ ਦਾਣੇ ਨਹੀਂ ਪੈਂਦੇ ਉਹਦੇ 'ਚ। ਕਹਿੰਦੇ ਵੀ ਖੇਤੀ ਹੁੱਲ ਗਈ। ਉਹ ਜਦੋਂ ਖੇਤੀ ਹੁੱਲ ਗਈ ਹੈ ਤਾਂ ਉਹ ਦਾਣਾ ਉਹਦੇ 'ਚ ਪੈਣਾ ਨਹੀਂ ਹੈ। ਇਹ ਜਵਾਨੀ ਜਿੰਨੀ ਦੇਰ ਤੱਕ ਤੇਰੀ ਹੁੱਲੀ ਨਹੀਂ ਨਾ ਹੈ, ਉਨੀ ਦੇਰ ਤੱਕ ਤੂੰ ਉਹ ਪਰਮੇਸ਼ਰ ਵਾਹਿਗੁਰੂ ਦੀ ਮੁਕਤੀ ਹੋਣ ਰੂਪੀ ਫਿਰ ਦਾਣੇ, ਜਦੋਂ ਜਵਾਨੀ ਹੁੱਲ ਗਈ ਫਿਰ ਤੇ ਜਿਹੜੇ ਜੀਵਨ ਮੁਕਤੀ ਦੇ ਦਾਣੇ ਉਹ ਫਿਰ ਗਿਆਨ ਦੇ ਇਹ ਨਹੀਂ ਪੈਣੇ ਹੈ। ਇਸ ਕਰਕੇ ਮੁਕਤੀ ਰੂਪੀ ਦਾਣੇ ਤਾਂ ਹੀ ਪੈਣਗੇ ਜੇ ਤੂੰ ਆਪਣੀ ਖੇਤੀ ਨੂੰ ਸੰਭਾਲ ਲੈਵੇਂ। ਹਵਾ ਨਾਲ ਖੇਤੀ ਹੁੱਲ ਜਾਂਦੀ ਹੈ, ਸੁੱਕ ਜਾਂਦੀ ਹੈ। ਇਹ ਵਿਕਾਰਾਂ ਰੂਪੀ ਹਵਾ ਦੇ ਨਾਲ ਜਵਾਨੀ ਅਵਸਥਾ ਤੇਰੀ ਹੁੱਲ ਜਾਏਗੀ, ਖਤਮ ਹੋ ਜਾਏਗੀ। ਇਹਦੇ 'ਚ ਇੱਕ ਖਾਸ ਕਰਕੇ ਧਿਆਨ ਰੱਖਣਾ ਹੈ। ਇਹਦੇ 'ਚ ਪਾਠ ਦਰਪਣ ਪੋਥੀ ਦੇ ਅੰਦਰ ਉੱਥੇ ਲਿਖਿਆ ਮਿਲੇਗਾ, ਹੁੱਲਾ ਨਹੀਂ ਪੜ੍ਹਨਾ, ਯਾਨੀ ਕਸ ਕੇ ਨਹੀਂ ਪੜ੍ਹਨਾ। ਤੇ ਜਦੋਂ ਪਾਠ ਬੋਧ ਜਿਹੜਾ ਦਮਦਮੇ ਸਾਹਿਬ ਹੋਇਆ, ਗਿਆਨੀ ਹਰਭਜਨ ਸਿੰਘ ਜੀ ਨੇ ਕੀਤਾ, ਉੱਥੇ ਫਿਰ ਉਹ ਨਿਰਣਾ ਕਰਕੇ ਹਨ ਉਸੇ ਤਰ੍ਹਾਂ ਹੀ ਬੋਲਦੇ ਆ। ਤੇ ਹੁੱਲਣਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਭਾਈ ਬਚਿੱਤਰ ਸਿੰਘ ਨੇ 24 ਕਥਾ ਕਰਾਈਆਂ। ਤੇ ਜੇ ਉਹ ਗਲਤ ਪਾਠ ਕਰਦਾ ਤਾਂ ਸੰਤ ਟੋਕ ਦਿੰਦੇ ਸੀ, ਨਹੀਂ ਭਾਈ ਇਸ ਤਰ੍ਹਾਂ ਨਹੀਂ ਹੈ। ਉਹਨੇ ਵੀ ਹੁੱਲਾ ਪਾਠ ਹੀ ਕੀਤਾ। ਤੇ ਹੁਣ ਜੇ ਕਹੀਏ ਵੀ ਪਾਠ ਧਰਮ ਪੋਥੀ ਵੀ ਸਾਡੀ ਆ, ਉਹਦੇ ਫਿਰ ਗਲਤ ਹੋ ਗਿਆ। ਨਹੀਂ ਭਾਈ, ਕਰਤਾਰ ਸਿੰਘ ਪ੍ਰੇਮੀ ਨੇ ਲਿਖੇ ਸੇ ਸਾਰੇ ਪੋਥੀਆਂ ਦੇ ਪਾਠ। ਉਹ ਕਿਤੇ ਜਿਹੜਾ ਪਾਠ ਜਦੋਂ 2 ਪਾਠ ਕਰਦੇ ਸੰਤ, ਉਹ ਕਿਤੇ ਕਾਪੀ ਦੇ ਨਾਲ, ਜਿਵੇਂ ਜਦੋਂ ਮੈਂ ਸੰਥਿਆ ਕਰਾਈ ਹੈ, ਭਾਈ ਰਣਧੀਰ ਸਿੰਘ ਨੇ ਕਾਪੀ ਬਣਾਈ, ਉਹ ਕਾਪੀ 'ਚ ਬਹੁਤ ਕੁਝ ਜਿਹੜਾ ਮੈਂ ਹੋਰ ਤਰ੍ਹਾਂ ਪੜ੍ਹਾਇਆ, ਕਾਪੀ 'ਚ ਹੋਰ ਤਰ੍ਹਾਂ ਲਿਖਿਆ ਹੋਇਆ। ਹੁਣ ਜਿਹਨੇ ਉਹ ਕਾਪੀ ਦੇਖੀ ਉਹ ਤਾਂ ਜਿੱਦ ਕਰੂਗਾ ਹੀ ਕਰੂਗਾ ਵੀ ਇਹ ਤੁਹਾਡਾ ਹੀ ਵਿਦਿਆਰਥੀ ਸੀ ਰਣਧੀਰ ਸਿੰਘ। ਐਂ ਫਰਕ ਪੈਂਦਾ ਹੈ। ਤੋ ਇਸ ਕਰਕੇ ਨਾ ਸੰਤਾਂ ਨੇ ਜਿਹੜਾ ਪਾਠ ਇਹ ਕੀਤੇ ਨੇ, ਇਹਦੇ ਅਰਥ ਦੋਨੇ। ਇੱਕ ਤਾਂ ਹੁੱਲਣਾ ਜਿਵੇਂ ਜਵੀਨੀਆਂ। ਦੂਸਰੀ ਬਾਤ ਹੈ, ਕਹਿੰਦੇ ਪਿਆਰਿਆ, ਜਿੰਨੀ ਦੇਰ ਤੱਕ ਪ੍ਰੇਮ ਰੂਪੀ ਆਨੰਦ, ਕਹਿੰਦਾ ਉਹਨਾਂ ਚਿਰ ਮਾਣ ਲੈ। ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰੇ ਕੋਲ ਜਵਾਨੀ ਦਾ ਹੁਲਾ ਹੁਲਾਸ ਹੈ, ਹੁਲਾਰ ਹੈ। ਹੁਣ ਪ੍ਰੇਮੀ ਜੀ ਦੇ ਇਹ ਪਾਠ ਆ ਗਿਆ, ਉਹਨੇ ਪਾਠ ਦਰਪਣ 'ਚ ਉਹ ਲਿਖ ਲਿਆ। ਇਸ ਕਰਕੇ ਇਹ ਨਹੀਂ ਕਦੇ ਵਹਿਮ ਕਰਨਾ ਵੀ ਇੱਕੋ ਜਥੇਬੰਦੀ ਜੀ ਪਾਠ ਕਿਉਂ ਬਦਲਦੇ ਆ। ਉਹ ਜਦੋਂ ਵਿਦਿਆਰਥੀ ਕਾਪੀਆਂ ਲਿਖਦੇ ਹੁੰਦੇ ਸੀ, ਤੇ ਜਿਹਦੇ ਦੂਸਰਾ ਪਾਠ ਦਿਮਾਗ 'ਚ ਰਹਿ ਗਿਆ ਉਹਨੇ ਉਹ ਲਿਖ ਲਿਆ, ਇੱਕ ਨੇ ਪਹਿਲਾਂ ਲਿਖ ਲਿਆ। ਐ ਇਹਦਾ ਥੋੜਾ ਜਿਹਾ ਹੰਗਤਾ ਤਿਆਗ ਕੇ ਵਿਦਿਆ ਪੜ੍ਹੀ ਜਾਏ ਤਾਂ ਗੁਰੂ ਦੀ ਖੁਸ਼ੀ ਹੁੰਦੀ ਹੈ। ਜੇ ਐਵੇਂ ਉਹ ਵੀ ਜਿਵੇਂ ਕੱਲ ਸਿੰਘ ਆਇਆ ਸੀ, ਕਹਿੰਦਾ ਜੀ ਉਹਦੇ 'ਚ ਟੀਕੇ 'ਚ ਅਖੇ ਗਲਤ ਲਿਖਿਆ ਹੋਇਆ, ਉੱਥੇ ਤਾਂ ਇਸ ਤਰ੍ਹਾਂ। ਮੈਂ ਕਿਹਾ ਭਾਈ ਇਹ ਤੂੰ ਵੀ ਆਪਣੇ ਥਾਂ ਤੇ ਠੀਕ ਹੈ, ਟੀਕੇ 'ਚ ਵੀ ਗਲਤ ਨਹੀਂ ਹੈ। ਟੀਕੇ 'ਚ ਅਸੀਂ ਤਾਂ ਉਹ ਰੱਖਿਆ ਜਿਹੜੇ ਮਹਾਂਪੁਰਖਾਂ ਦੇ ਹੱਥ, ਮਹਾਂਪੁਰਖਾਂ ਦਾ ਉਚਾਰਨ ਹੈ ਜੋ ਦਮਦਮੀ ਟਕਸਾਲ ਦੇ ਸੰਪਰਦਾ ਵਿੱਚ। ਇਸ ਕਰਕੇ ਪਰ ਪਾਠਾਂ ਨੂੰ ਸਮਝੋ, ਇਹ ਦੋਨੇ। 9 ਹੁਲਾ, ਹੁਲਾ ਹੁਲਾਸ ਦਾ ਨਾਮ ਹੈ, ਜਿਨ੍ਹਾਂ 'ਚ ਜਵਾਨੀ ਦਾ ਹੁਲਾਸ ਹੈ ਤੇਰੇ ਕੋਲ। ਕਿਉਂ? ਭਰਤਰੀ ਨੇ ਕਿਹਾ ਜਰਾ ਪਾਉ ਨਾ ਹੋ ਸਕੇ ਜਰਾ ਅਵਸਥਾ ਮਾਹੇ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ। ਜਿੰਨੀ ਦੇਰ ਤੱਕ ਜਵਾਨੀ ਹੈ ਇਹਦਾ ਆਨੰਦ ਮਾਣ ਲੈ। ਦਿਨ ਥੋੜੜੇ ਥੱਕੇ, ਤੇ ਜਿਸ ਤਰ੍ਹਾਂ ਭਾਈ ਥੋੜੇ ਦਿਨ ਥੱਕੇ ਰਹਿ ਗਏ ਤੇਰੇ, ਪਤਾ ਨਹੀਂ ਮੌਤ ਨੇ ਕਦੋਂ ਆ ਜਾਣਾ ਹੈ। ਭਇਆ ਪੁਰਾਣਾ ਚੋਲਾ, ਤੇਰਾ ਸਰੀਰ ਚੋਲਾ ਪੁਰਾਣਾ ਹੁੰਦਾ ਜਾ ਰਿਹਾ। ਇਹ ਚੋਲਾ ਜਿਵੇਂ ਆਪਾਂ ਇਹਦੇ ਉੱਤੇ ਚੋਲੇ ਪਾਏ ਹੋਏ ਆ, ਬਾਣਾ ਪਾਇਆ ਹੈ। ਜੀਵ ਆਤਮਾ ਨੇ ਭਾਈ ਮਾਸ ਚੰਮ ਦਾ ਜਿਹੜਾ ਇਹ ਚੋਲਾ ਪਾਇਆ ਹੋਇਆ, ਇਸ ਕਰਕੇ ਪੁਰਾਣਾ ਹੋ ਰਿਹਾ ਹੈ। ਭਇਆ ਪੁਰਾਣਾ ਚੋਲਾ, ਇਹ ਤੇਰਾ ਅਵਸਥਾ ਜਿਹੜੀ ਬਿਰਧ ਆ ਗਈ ਆ ਹੁਣ। ਇਸ ਕਰਕੇ ਜਰ ਆਈ
ਜੋਬਨ ਹਾਰਿਆ, ਜੋਬਨ ਜਿਹੜਾ ਉਹ ਹਾਰਿਆ ਜਾਂਦਾ ਉਸ ਵੇਲੇ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ, ਸੱਜਣ ਏਰੇ ਰੰਗਲੇ। ਇਹ ਗੱਗੇ ਦਾ ਔਂਕੜ ਪੂਰਾ ਬੋਲਣਾ ਭਾਈ, ਜਿਸ ਤਰ੍ਹਾਂ ਤੁਸੀਂ ਹੈ ਵੀ ਇਹਦੇ ਚ ਕੋਤਾਹੀ ਨਹੀਂ ਕਰਨੀ। ਸੱਜਣ ਮੇਰੇ ਰੰਗਲੇ ਗੱਗਾ ਬੋਲੇਗਾ, ਜੇਕਰ ਸੱਜਣ ਮੇਰੇ ਰੰਗਲੇ ਗੱਗਾ ਦਾ ਔਂਕੜ ਗਾਇਬ ਹੋ ਗਿਆ। ਰੰਗਲੇ ਮੇਰੇ ਸੱਜਣ ਰੰਗਲੇ ਆਨੰਦ ਦੇਣ ਵਾਲੇ ਨੇ, ਉਹ ਐਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਜਾਏ ਸੁਤੇ ਜੀਰਾਨ। ਉਹ ਜੀਰਾਨ ਕੀ ਹੈ? ਸ਼ਮਸ਼ਾਨ ਭੂਮੀ। ਉਹਦੇ ਚ ਜਾ ਕੇ ਸਦਾ ਦੀ ਨੀਂਦ ਸੌਂਦ ਗਏ। ਮੌਤ ਆ ਗਈ, ਸੁੱਤੇ ਪੈਰ ਮੜੀਆਂ ਚ ਜਾਗਣਗੇ ਨਹੀਂ ਕਦੇ। ਸਵਾਹ ਹੋ ਗਈ ਹੈ, ਉੱਡ ਗਈ ਉਹ ਵੀ। ਉਹ ਕਹਿੰਦੇ ਵੀ ਜਦੋਂ ਆਪਣੇ ਸੱਜਣਾਂ ਨੂੰ ਤੂੰ ਦੇਖਦਾ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਤੇਰੇ ਪਿਆਰ ਵਾਲੇ ਸੀ ਉਹ ਸ਼ਮਸ਼ਾਨ ਭੂਮੀ ਚਲੇ ਗਏ, ਤੂੰ ਹੁਣ ਘਰੇ ਰਹੇਗਾ ਹਰ ਵੇਲੇ। ਤੇਰੇ ਤੇ ਵੀ ਮੌਤ ਆਏਗੀ ਨਾ, ਜਦ ਤੇਰੇ ਸੱਜਣਾਂ ਤੇ ਆ ਗਈ, ਮਿੱਤਰਾਂ ਤੇ ਆ ਗਈ। ਮਾਤਾ ਪਿਤਾ ਦੇ, ਜਿਵੇਂ ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿੱਥੇ ਤੇਰੇ ਮਾਪਿਆਂ ਦੇ ਨਹੀਂ ਤੂੰ ਜਣਿਆ, ਤੈਂ ਪਾਸੇ ਹੋਏ ਲੱਦ ਗਏ, ਤੂੰ ਅਜੇ ਨਾ ਪਤੀ ਤੇ ਅਜੇ ਵੀ ਤੈਨੂੰ ਅਤਵਾਰ ਨਹੀਂ ਆਇਆ ਹੈ। ਮੌਤ ਨੂੰ ਯਾਦ ਰੱਖ, ਤਾਂ ਤੇਰੇ ਚ ਪਰਿਵਰਤਨ ਆਏਗਾ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਸੱਜਣ ਮੇਰੇ ਰੰਗਲੇ, ਰੰਗ ਆਨੰਦ ਦੇਣ ਵਾਲੇ ਜਿਹੜੇ ਸਨ। ਤੇ ਦੁਆਰੇ ਬੋਲਦੇ ਜਾਏ, ਜਾਏ ਸੁਤੇ ਜੀਰਾਨ। ਉਹ ਜੀਰਾਨ ਸ਼ਮਸ਼ਾਨ ਭੂਮੀ ਸੁਨ ਸਰਾਮ ਹੈ, ਜਿੱਥੇ ਬਿਲਕੁਲ ਹੀ ਘਰੇ ਤਾਂ ਕਹਿੰਦਾ ਅੱਜ ਮੈਂ ਇਕੱਲਾ ਰਹਿ ਗਿਆ, ਘਰ ਦੇ ਵਿੱਚ ਮੇਰਾ ਜੀ ਨਹੀਂ ਲੱਗਦਾ। ਕਹਿੰਦਾ ਸਾਰੇ ਰਿਸ਼ਤੇਦਾਰ ਨਿਆਣੇ ਰਿਸ਼ਤੇਦਾਰੀ ਚਲੇ ਗਏ, ਮੈਂ ਇਕੱਲਾ ਹੀ ਰਿਹਾ, ਘਰ ਖਾਣ ਨੂੰ ਪੈਂਦਾ। ਕਿ ਜਿੱਦਣ ਮੜੀਆਂ ਚਲਿਆ ਗਿਆ ਉਦਣ ਦੱਸ ਕੀ ਬਣੂਗਾ ਤੇਰਾ? ਜਾਣਾ ਤਾਂ ਪੈਣਾ ਹੈ। ਇਹ ਤਾਂ ਤੇਰੀ ਮਜਬੂਰੀ ਕੀ, ਘਰਦਿਆਂ ਦੀ ਵੀ ਮਜਬੂਰੀ ਹੈ। ਅਰਥੀ ਬਣ ਕੇ ਲਿਜਾਣਗੇ ਤੈਨੂੰ ਕਰ ਰਹੇ ਨੇ, ਕਿਉਂਕਿ ਕਾਢੋ ਹੋਈ, ਲੈ ਚਲੋ ਵੀ ਲੈ ਚਲੋ। ਹੁਣ ਕਈ ਸ਼ਰੀਕੇ ਕਹਿਣਾ ਉਹ ਮਿੱਟੀ ਆ ਭਾਈ, ਕਾਹਦੇ ਲਈ ਹੁਣ ਤੁਸੀਂ ਕਾਹਨੂੰ ਰੂਹੇ ਪਿੱਟੀ ਜਾਂਦੇ, ਲੈ ਚਲੋ। ਇਹ ਦੇਹੀ ਦਾ ਇਹ ਹਾਲ ਹੋਣਾ। ਇਸ ਕਰਕੇ ਭਾਈ ਆਪਣੇ ਚ ਤਬਦੀਲੀ ਲਿਆਉਣੀਆਂ ਲਿਆ ਲਓ, ਨਹੀਂ ਫਿਰ ਸਮਾਂ ਤਾਂ ਬੀਤ ਗਿਆ ਸਮਝ ਲਓ, ਚਲਿਆ ਜਾਣਾ ਆਪਣੇ ਹੱਥੋਂ। ਹਾਂ ਭੀ ਵੰਜਾ ਡੁੰਮਣੀ। ਮੈਂ ਪਹਿਲਾਂ ਵੀ ਕਿਹਾ ਸੀ, ਅੱਜ ਪਾਠ ਬਹੁਤ ਸਾਰੇ ਇਕੱਠੇ ਹੀ ਭੇਦ ਆ ਰਹੇ ਪਾਠਾਂ ਦੇ, ਧਿਆਨ ਰੱਖੋ। ਹਾ ਤੇ ਭੱਬਾ ਇਹ ਦੋਨੇ ਅਲੱਗ-ਅਲੱਗ ਬੋਲਣਗੇ। ਹੰ ਭੀ ਐ ਨਿਖਰ ਕੇ ਹੋਵੇ, ਹੰ ਆਪਣੇ ਆਪ ਦਾ, ਹੰ ਭੀ ਇਹ ਵੱਖਰਾ ਵੱਖਰਾ ਪਾਠ ਬੋਲਣਾ। ਹੰ ਦਾ ਅਰਥ ਹੈ ਮੈਂ, ਭੀ ਦਾ ਅਰਥ ਹੈ ਵੀ, ਡੁੰਮਣੀ ਦਾ ਅਰਥ ਦੁਖੀ ਹੈ। ਇਹ ਤਿੰਨੇ ਪਦਾਂ ਦੇ ਅਰਥ ਤਿੰਨ ਨੇ। ਹਮ ਭੀ ਵੰਝਾਂ ਡੁੰਮਣੀ, ਡੁੰਮਣੀ ਦੁਖੀ ਹੋ ਕੇ ਦੁਚਿੱਤੀ ਦੇ ਵਿੱਚ ਇਸ ਦੁਨੀਆ ਤੋਂ ਵੰਝਾਂ ਨਾਮ ਚਲੇ ਜਾਣ ਦਾ ਹੈ। ਕਹਿੰਦੇ ਦੁਖੀ ਹੋ ਕੇ ਸੰਸਾਰ ਤੋਂ ਜੀਵ ਆਤਮਾ ਚਲੀ ਜਾਏਗੀ, ਦੁਖੀ ਹੋ ਕੇ ਜਾਏਗੀ। ਉਸ ਵੇਲੇ ਰੋਣਾ ਪਿੱਟਣਾ ਹੋਏਗਾ। ਰੋਵਾ ਝੀਣੀ ਵਾਣ। ਝੀਣੀ ਹੁੰਦੀ ਸਾਸ ਜੀ, ਇਹਨੂੰ ਇੱਕ ਲੱਕੜ ਹੁੰਦੀ ਸੀ, ਉਹ ਜਿਵੇਂ ਕੁੱਬ ਪਿਆ ਹੁੰਦਾ ਬੰਜੇ ਦੇ ਵਿਰਦੇ, ਐ ਵਿਚਾਲੇ ਤੋਂ ਤਾਂ ਹੁੰਦੀ ਸੀ ਕੁੱਬੀ, ਉਹਦੇ ਵਿਚਾਲੇ ਇੱਕ ਥੋੜਾ ਜਿਹਾ ਸੈੱਲ ਕੱਢਣਾ, ਦੋ ਪਾਸੇ ਉਹਦੇ ਐ ਹੁੰਦੇ ਸੀ ਆਲੇ ਦੁਆਲੇ। ਤੁਸੀਂ ਨਹੀਂ ਦੇਖੀ ਨਿਆਣਿਆਂ ਨੇ, ਜਿਹੜੇ ਹੁਣ ਦੇ ਵਿਦਿਆਰਥੀ ਹੋ, ਉਹਦੇ ਬੈਠਣ ਨੂੰ ਜਗ੍ਹਾ ਬਣਾ ਲਈ, ਇੱਕ ਬੰਦਾ ਇੱਧਰ ਬਹਿੰਦਾ, ਇੱਕ ਇੱਧਰ ਬਹਿ ਜਾਂਦਾ। ਉਹ ਉਹਨੇ ਕਮਾਈ, ਇੱਕ ਖੇਡ ਸੀ ਇਹ ਖੇਡਣ ਦੀ। ਉਹ ਜਿਸ ਵੇਲੇ ਹੇਠਾਂ ਤੇ ਜਿਹੜਾ ਉਹਦੇ ਸੈੱਲ ਕੱਢਿਆ ਤੇ ਉੱਪਰ ਹੇਠਾਂ ਜਿਹੜੀ ਲੱਕੜ ਹੈ ਜਿਹਦੇ ਸਹਾਰੇ ਖੜੀ ਆ, ਉਹ ਧਰਤੀ ਗੱਡੀ ਹੁੰਦੀ ਹੈ, ਉਹ ਜਦੋਂ ਚੀਣੀ ਘੁੰਮਦੀ ਆ ਉਹਦੇ ਚੀ ਦੀ ਆਵਾਜ਼ ਦੇਂਦੀ ਹੁੰਦੀ ਸੀ ਰੋਣੀ। ਗੁਰਬਾਣੀ ਦੇ ਅਰਥ ਇਸ ਕਰਕੇ ਔਖੇ ਨੂੰ ਨਾ, ਚੀਜ਼ਾਂ ਦੀ ਥੋੜੀ ਜਿਹੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਬਰੀਕ ਸੁਰ ਦੀ ਆਵਾਜ਼ ਹੁੰਦੀ ਸੀ। ਉਹ ਸਮਝ ਲਓ ਵੀ ਕਹਿੰਦੇ ਝੀਣੀ ਜਿਵੇਂ ਰੋਂਦੀ ਹੈ, ਕਹਿੰਦੇ ਐ ਰੋਏਗਾ ਜਿਵੇਂ ਬਰੀਕ ਆਵਾਜ਼ ਦੇ ਚੀਣੀ ਰੋਂਦੀ ਹੈ, ਡੁੱਸ ਡੁੱਸ ਕਰਕੇ ਰੋਏਗਾ, ਜਿਵੇਂ ਔਰਤਾਂ ਸਿਆਪਾਂ ਕਰਦੀਆਂ ਰੋਂਦੀਆਂ ਨੇ। ਜੋ ਤਿਸ ਭਾਵੈ ਸੋਧੀਐ ਰੰਨ ਕੇ ਰੋਨੇ ਹੋਏ, ਸੰਸਾਰ ਤੋਂ ਰੋਂਦਿਆਂ ਪਛਤਾਵਾ ਕਰਦਿਆਂ ਬਰੀਕ ਸੁਰ ਵਿੱਚ ਰੋਏਗਾ। ਤੇ ਜਦੋਂ ਰੋਏਗਾ, ਆ ਪੁਲਿਸ ਵਾਲੇ ਦੇਖ ਲਓ, ਜਦੋਂ ਕੋਈ ਮੁਜਰਮ ਫਸ ਜਾਂਦਾ ਹੈ, ਉਹ ਜਦੋਂ ਕੁੱਟਦੇ ਆ ਰੋਂਦੇ ਆ ਨਾ, ਉਹ ਫਿਰ ਜ਼ਿਆਦਾ ਕੁੱਟਦੇ ਆ, ਕਹਿੰਦੇ ਹੁਣ ਰੋਣਾ, ਜਦ ਸੀ ਪਤਾ ਜਾਂ ਚੋਰੀ ਕੀਤੀ ਹੈ, ਠੱਗੀ ਮਾਰੀ ਹੈ, ਉਹ ਫਿਰ ਜਮਦੂਤ ਸਮਾਂ ਕੁੱਟਦੇ ਆ ਜ਼ਿਆਦਾ, ਕਹਿੰਦੇ ਹੁਣ ਤੇਰੀ ਮਾਂ ਬੈਠੀ ਹੈ ਜਿਹੜੀ ਸੁਣੂਗੀ, ਹੁਣ ਸੁਣਿਆ ਕਿਆ ਰੁਆਇਆ। ਫਿਰ ਕੀ ਕਹਿੰਦਾ, ਮਨ ਅੰਧੇ ਜਨਮ ਗਵਾਇਆ। ਇਹ ਮਨੇ ਅੰਧਿਆ ਤੂੰ ਜਨਮ ਗਵਾ ਲਿਆ, ਆਪਣਾ ਵਿਅਰਥ ਚਲੇ ਗਿਆ। ਮਨੁੱਖਾ ਸਰੀਰ ਇੰਨਾ ਅਮੋਲਕ ਸੀ ਜਿਹੜਾ ਮੇਰੇ ਹੱਥੋਂ ਚਲਿਆ ਗਿਆ ਹੈ। ਕੀ ਨਾ ਸੁਣੇ ਹੀ ਗੋਰੀਏ। ਤੇ ਗੋਰ ਨਾਮ ਕਬਰ ਦਾ ਹੁੰਦਾ ਹੈ।
ਇਸ ਕਰਕੇ ਗੋਰੀਏ ਦੇ ਗੋਰੀ ਇਸਤਰੀ ਦਾ ਨਾਮ ਵੀ ਹੈ, ਔਰਤ ਦਾ ਨਾਮ ਵੀ ਹੈ, ਦੋਨੇ ਅਰਥ। ਤੇ ਗੋਰੀਏ ਕਹਿੰਦੇ ਕਬਰ ਵਿੱਚ ਪੈ ਜਾਣ ਵਾਲੀ ਏ। ਗੋਰੀਏ ਤਾਂ ਕਿਹਾ ਕਬਰ 'ਚ ਪੈ ਜਾਣ ਵਾਲੀ ਏ। ਤੂੰ ਕਿਉਂ ਨਹੀਂ ਸੁਣਦੀ? ਜਾਂ ਫਿਰ ਇਹ ਜੀਵ ਰੂਪ ਗੋਰੀਏ ਕੀ ਇਸਤਰੀ ਏ, ਇਹ ਕਿਉਂ ਨਹੀਂ ਸੁਣਦੀ ਹੈ ਤੂੰ? ਆਪਣ ਕੰਨੀ ਸੋਏ, ਤੂੰ ਆਪਣੇ ਕੰਨਾਂ ਦੇ ਨਾਲ ਇਹ ਸੋਏ ਖਬਰ ਨਹੀਂ ਸੁਣਦੀ ਤੂੰ ਵੀ ਫਲਾਨਾ ਮਰ ਗਿਆ ਕਿ ਅੱਜ ਢਿਮਕਾ ਮਰ ਗਿਆ ਜੀ? ਕਹਿੰਦੇ ਤੂੰ ਇਹ ਸੁਣਿਆ ਹੀ ਨਹੀਂ ਕਦੇ, ਵੇਦਾਂ ਸ਼ਾਸਤਰਾਂ 'ਚ ਸੋਏ ਖਬਰ ਹੀ ਨਹੀਂ ਸੁਣੀ ਗਿਆਨ ਨੇ। ਕਿਉਂ ਨਹੀਂ ਸੁਣਦੀ? ਉਹ ਕੂਕ ਕੂਕ ਕੇ ਮੌਤ ਦਾ ਸੁਨੇਹਾ ਦੇ ਰਹੇ ਨੇ। ਸਤਪੁਰਸ਼ ਕਹਿ ਰਹੇ ਨੇ ਸੰਸਾਰ ਤੋਂ ਚਲੇ ਜਾਣਾ ਹੈ। ਇਸ ਕਰਕੇ ਤੂੰ ਅਗਿਆਨੀ ਜੀਵ ਗੋਰੀਏ ਇਸਤਰੀਏ, ਇਹ ਜੀਵ ਆਤਮੇ ਕਿਉਂ ਨਹੀਂ ਸੁਣਦੀ ਹੈ? ਲੱਗੀ ਆਵ ਹੈ ਸਾਹਵਰੈ, ਸਭਨਾ ਸਹੁਰੇ ਵੰਜਨਾ ਸਭ ਮੁਕਲਾਵਨਹਾਰ। ਹੇ ਸਖੀ, ਤੂੰ ਆਪਣੇ ਸਹੁਰੇ ਘਰ ਪ੍ਰਲੋਕ ਵੱਲ ਲੱਗੀ ਤੋਂ ਭਾਵ ਹੈ ਚਲੀ ਆ। ਕਿਉਂਕਿ ਇਹ ਜਿਹੜੀ ਬੋਲੀ ਹੈ ਇਹ ਪੋਠੋਹਾਰ ਦੇ ਵਿੱਚ, ਗੁਜਰਾਤ ਦੇ ਵਿੱਚ ਚਲੀ ਆਉਣ ਨੂੰ ਲੱਗੀ ਆਵੇ ਕਹਿੰਦੇ ਨੇ। ਇਸ ਕਰਕੇ ਕਿਉਂਕਿ ਹਾਂਜੀ ਨਿਤ ਨਾ ਪੀਆ ਹੋਏ, ਕਿਉਂਕਿ ਨਿਤ ਹਮੇਸ਼ਾ ਪੇਕਾ ਕਰ ਰਹਿਣ ਦੀ ਜਗ੍ਹਾ ਇਹ ਮਾਤ ਲੋਕ ਨਹੀਂ ਹੈ। ਇਹ ਸੰਸਾਰ ਰੂਪੀ ਪੇਕੇ ਘਰ ਨੂੰ ਛੱਡ ਕੇ ਇੱਕ ਦਿਨ ਪ੍ਰਲੋਕ ਵੀ ਸਹੁਰੇ ਘਰ ਨੂੰ ਜ਼ਰੂਰ ਜਾਣਾ ਹੀ ਹੈ। ਭਾਵ ਤੈਨੂੰ ਇਸੇ ਇੱਥੋਂ ਕੂਚ ਕਰਨਾ ਪਵੇਗਾ। ਨਾਨਕ ਸੁਤੀ ਪਈਐ। ਗੁਰੂ ਸਾਹਿਬ ਜੀ ਫਰਮਾਨ ਕਰਦੇ ਜਿਹੜੇ ਅਗਿਆਨਤਾ ਦੇ ਅਵਿਦਿਆ ਦੇ ਨੀਂਦ ਦੇ ਵਿੱਚ ਸੁੱਤੇ ਹੀ ਰਹਿ ਜਾਂਦੇ, ਜੀਵ ਰੂਪ ਔਰਤ ਹੈ ਤੇ ਇਹ ਜਿਹੜੀ ਸੁੱਤੀ ਰਹਿ ਜਾਂਦੀ ਹੈ, ਜਾਣ ਬਿਰਤੀ ਸਨ, ਇਹ ਤਾਂ ਜਿਹੜਾ ਬਿਰਤੀ ਸਨ ਹੈ। ਵਾਵੇ ਨੂੰ ਅਲੱਗ ਕਰ ਰਹੀਏ, ਵੇ ਰੁੱਤ ਈ ਕੀ ਬਣਿਆ? ਬਿਨਾਂ ਰੁੱਤ ਤੋਂ ਹੀ ਕੁਰਤੀ ਸਨ ਲੱਗ ਗਿਆ। ਮਨੁੱਖਾ ਜਨ ਰੂਪੀਏ ਗਾਫਲ ਨੀਂਦ ਦੇ ਸੁੱਤੇ ਕੁਰਤਿਆ ਸਨ ਕਿਹੜਾ ਹੈ? ਸਨ ਲਾਉਂਦੇ ਆ ਜਿਹੜੇ ਚੋਰ ਲਾਉਂਦੇ ਹੁੰਦੇ ਆ, ਉਹ ਕਦੋਂ ਲਾਉਂਦੇ ਆ? ਰਾਤ ਨੂੰ ਲਾਉਂਦੇ ਆ। ਪਹਿਲੇ ਪਹਿਰੇ ਹਰ ਕੋਈ ਜਾਗਾ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਚਾਰੇ ਪਹਿਰ ਰਾਤ ਦੇ ਵੰਡੇ। ਪਹਿਲੇ ਪਹਿਰੇ ਤਾਂ ਸਾਰੀ ਦੁਨੀਆ ਜਾਗਦੀ ਹੁੰਦੀ ਹੈ। ਦੂਜਾ ਪਹਿਰ ਹੈ ਜਿਹੜਾ ਭਾਈ ਇਹ ਭੋਗੀ ਲੋਕਾਂ ਦਾ ਹੈ, ਭੋਗਾ ਵਿਰਤੀ ਹੈ ਜਿਨ੍ਹਾਂ ਦੀ। ਤੇ ਤੀਸਰਾ ਪਹਿਰ ਚੋਰਾਂ ਦਾ ਆ ਜਾਂਦਾ। ਫਿਰ ਚੋਰ ਕਰਦੇ ਅੱਧੀ ਰਾਤ, ਇਹ ਟਾਈਮ ਫਿਰ ਚੋਰਾਂ ਦਾ ਹੋ ਜਾਂਦਾ ਹੈ। ਪਹਿਰ ਰਾਤ ਰਹਿੰਦੀ ਤੱਕ ਚੋਰਾਂ ਦਾ ਪਹਿਰ ਰਾਤ ਰਹਿੰਦੀ, ਫਿਰ ਜਿਹੜੇ ਰੱਬ ਦੇ ਪਿਆਰੇ ਉੱਠਣੇ ਸ਼ੁਰੂ ਹੋ ਜਾਂਦੇ, ਚੋਰ ਭੱਜ ਜਾਂਦੇ ਆ। ਚੌਥੇ ਪਹਿਰੇ ਜੋਗੀ। ਹੁਣ ਜਿਹੜਾ ਤਾਂ ਰਾਤ ਨੂੰ ਲਾਇਆ, ਇਹ ਤਾਂ ਰੁੱਤ ਹੈ ਰਾਤ ਨੂੰ, ਤੇ ਚੋਰਾਂ ਦੀ ਰੁੱਤ ਹੈ ਰਾਤ ਨੂੰ ਸਨ ਲਾਉਂਦੇ ਆ। ਜੇ ਭਲਾ ਦਿਨੇ ਲਾ ਲੈਣ ਉਹਨੂੰ ਕੀ ਕਹਿੰਦੇ ਆ? ਇਹ ਕਹਿੰਦੇ ਆ ਵੀ ਫਲਾਣੇ ਦੇ ਕੁਰਤਾ ਹੀ ਸਨ ਲਾ ਗਿਆ। ਕੁਰਤਾ ਦਾ ਮਤਲਬ ਕਿ ਇਹ ਦਿਨੇ ਹੀ ਪਾੜ ਲੱਗਿਆ। ਕਹਿੰਦੇ ਇਸੇ ਤਰ੍ਹਾਂ ਇਹ ਕੁਰਤਾ ਸਨ ਤੈਨੂੰ ਲੱਗਣਾ। ਇੱਕ ਤਾਂ ਇਹਨੂੰ ਬਿਰਤੀ ਨਹੀਂ ਕਹਿਣਾ, ਅਧਿਕ ਸਹਿਤ ਬੋਲਣਾ, ਬਿਰਤੀ ਕਹਿਣਾ ਹੈ ਇਸ ਨੂੰ। ਜੇ ਬਿਰਤੀ ਕਹਿਤਾ ਤਾਂ ਅਰਥ ਦਾ ਅਨਰਥ ਹੋ ਜਾਊਗਾ। ਕੁਰਤੀ ਸਨ ਲੱਗਿਆ। ਤੋ ਇਸ ਕਰਕੇ ਨਾ ਸੁਤੇ ਪਈ ਜੀਵ ਰੂਪ ਇਸਤਰੀ ਵਿਕਾਰਾਂ ਦਾ ਸਨ ਲੱਗਿਆ, ਜਾਗਦਿਆਂ ਨੂੰ ਲੱਗਿਆ। ਇਹਨਾਂ ਨੂੰ ਭੋਰਾ ਮਾਤਰ ਸੁਚੇਤਾ ਹੀ ਨਾ ਰਹੇ। ਕਹਿਣ ਤੋਂ ਭਾਵ ਕੀ ਹੈ ਵੀ ਵੇਦਾਂ ਸ਼ਾਸਤਰਾਂ ਦੇ ਗਿਆਨ ਨੂੰ ਸੁਣਦੇ ਹੋਏ ਹੀ ਅਚੇਤ ਮਾਤੜ ਵਰਗਿਆਂ ਨੂੰ ਇਸ ਤਰ੍ਹਾਂ ਕਈ ਵਾਰ ਲੱਗੇ ਸਨ, ਲੱਗ ਜਾਂਦੇ ਨੇ। ਪੜ੍ਹ ਲਿਖ ਕੇ ਵੀ 84 ਲੱਖ ਜੂਨਾਂ ਦੇ ਅੰਦਰ 84 ਲੱਖ ਜੂਨਾਂ ਦਾ ਸਰਦਾਰ ਬਣਿਆ ਹੋਇਆ ਤੂੰ, ਤੇ ਪਸ਼ੂਆਂ ਵਰਗੇ ਕੰਮ ਕਰਨਾ, ਪਸ਼ੂ ਬਿਰਤੀ ਹੋ ਗਈ ਹੈ। ਮੰਦ ਕਰਮ ਕੌਂਦਾ ਹੈ? ਇਹ ਬਿਰਤੀ ਸਨ, ਇਹ ਕੁਰਤਾ ਸਨ ਹੈ ਤੇਰਾ। ਜਿਹੜੇ ਵਿਕਾਰ ਤੈਨੂੰ ਲੱਗੇ ਇਹ ਰੁੱਤਾ ਨਹੀਂ, ਬਿਰਤੀ ਸਨ ਲੱਗਿਆ ਹੈ। ਗੁਣਾ ਗਵਾਈ ਗੰਠੜੇ। ਜੀਵ ਰੂਪ ਇਸਤਰੀ ਨੇ ਇਹ ਗੁਣ ਕਿਹੜੇ ਸੀ ਜਿਹੜੇ ਗਵਾਏ ਹੈ? ਵਾਹਿਗੁਰੂ ਦੀ ਭਗਤੀ ਕਰਨੀ ਸੀ, ਆਹ ਗੁਣ ਸੀ ਇੱਕ ਤਾਂ। ਦੂਸਰਾ ਦੈਵੀ ਗੁਣ ਸੀ, ਸਤ, ਸੰਤੋਖ, ਦਇਆ, ਧਰਮ ਆਦਿ। ਇਹਨਾਂ ਨੂੰ ਹਿਰਦੇ ਰੂਪੀ ਗਠੜੀ 'ਚ ਬੰਨਣਾ ਸੀ, ਬੁੱਧੀ ਰੂਪ ਪੱਲੇ 'ਚ ਬੰਨਣਾ ਸੀ ਚੰਗੀ ਤਰ੍ਹਾਂ ਘੁੱਟ ਕੇ। ਪਰ ਇਹ ਤਾਂ ਗਵਾ ਲਈ ਹੈ। ਹੋਇਆ ਕੀ ਹੈ? ਇਹ ਪੱਲੇ 'ਚ ਬੰਨਣੇ ਗੁਣ ਸੀ ਤੇ ਬੰਨਿਆ ਕੀ ਉਹ ਦੱਸਦੇ ਨੇ। ਅਵਗਣ ਚੱਲੀ ਬੰਨ। ਔਗਣ ਬੰਨੇ, ਦੂਜੇ ਦੀਆਂ ਕਮਜ਼ੋਰੀਆਂ ਦੇਖੀਆਂ, ਦੂਜੇ ਨੂੰ ਮਾੜਾ ਸਮਝਿਆ, ਆਪ ਨੂੰ ਚੰਗਾ ਸਮਝਿਆ। ਕਾਮ ਕਰੋ ਲੋਭ ਮੋਹ ਹੰਕਾਰ ਦੇ ਅਧੀਨ ਹੋਈ ਰਹੀ ਜ਼ਿੰਦਗੀ। ਸ਼ਬਦ ਸਪਰਸ਼ ਰੂਪ ਰਸਗੰਧ ਦੇ ਅਧੀਨ ਹੋਈ ਰਹੀ ਜ਼ਿੰਦਗੀ।
ਤੇ ਇਸ ਕਰਕੇ ਅਵਗੁਣ ਹਿਰਦੇ ਰੂਪੀ ਪੱਲੇ 'ਚ ਬੰਨ੍ਹ ਕੇ ਪਰਲੋਕ ਸਹੁਰੇ ਘਰ ਨੂੰ ਚੱਲੀ ਆ। ਹੁਣ ਜਿਹੜੀ ਬੀਬੀ ਘਰਾਣੇ ਦੀ ਆ ਭਾਈ, ਉਹ ਤਾਂ ਪੇਕਿਆਂ ਤੋਂ ਚੰਗਾ ਸੁਭਾਅ ਲੈ ਕੇ, ਚੰਗੇ ਗੁਣ ਲੈ ਕੇ, ਤੇ ਉਹਨੂੰ ਆਮ ਵੀ ਜਿਹੜੇ ਸੰਸਾਰੀ ਗੱਲ ਹੈ, ਗੁਰਸਿੱਖਾਂ ਦੇ ਵਿੱਚ ਨਹੀਂ ਦਾਜ ਦਹੇਜ ਦੀ ਗੱਲ ਹੈ, ਉਹ ਦਾਜ ਦਹੇਜ ਲੈ ਕੇ ਚੱਲੀ ਹੈ। ਸਹੁਰਾ ਘਰ ਵੀ ਪ੍ਰਭਾਵਿਤ ਹੋ ਜਾਂਦਾ ਵੀ ਹਾਂ ਕੁਝ ਲੈ ਕੇ ਆਈ ਹੈ। ਇਹ ਸਮਾਜ ਦੇ ਵਿੱਚ ਭੈੜੀ ਰੀਤ ਹੈ, ਇਹ ਤਾਂ ਆਪਾਂ ਨੂੰ ਪ੍ਰਮਾਣ ਲੈਣਾ ਇਹਦੇ ਚੋਂ। ਇਹ ਨਹੀਂ ਚਾਹੀਦਾ ਜਿਹਨੇ ਧੀ ਦੇਤੀ ਸਭ ਕੁਝ ਦੇ ਦਿੱਤਾ। ਪਰ ਉਹਦੀ ਫਿਰ ਗਵਾਂਢੀ ਵੀ ਕਹਿੰਦੇ ਲੈ ਧੀਏ ਉਹ ਫਲਾਨਿਆਂ ਦੀ ਤਾਂ ਨਾ ਆਈ ਹੈ, ਚੰਗੇ ਘਰ ਦੀ ਹੈ, ਕਹਿੰਦੇ ਬਹੁਤ ਕੁਝ ਲੈ ਕੇ ਆਈ ਹੈ। ਜਦੋਂ ਜੀਵ ਆਤਮਾ ਆਹ ਲੋਕ ਪੇਕੇ ਘਰ ਨੂੰ ਛੱਡ ਕੇ ਜਾਊਗੇ, ਜਦੋਂ ਧਰਮਰਾਜ ਦੇ ਜਾਊ ਨਾ, ਫਿਰ ਜਿਵੇਂ ਪੇਕਿਆਂ ਤੋਂ ਦਾਜ ਲਿਆਈਦਾ, ਜਦੋਂ ਸ਼ੁਭ ਗੁਣਾਂ ਦਾ ਦਾਜ ਲੈ ਕੇ ਜਾਵਾਂਗੇ, ਜਦੋਂ ਭਗਤੀ ਦਾ ਦਾਜ ਲੈ ਕੇ ਜਾਵਾਂਗੇ, ਤਾਂ ਫਿਰ ਧਰਮਰਾਜ ਵੀ ਸਹੁਰੇ ਘਰ ਦੇ ਵਿੱਚ ਬੈਠਾ ਹੈ। ਉਹ ਕਹੂਗਾ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਵੀ ਧਨ ਹੈ ਗੁਰਸਿੱਖਾ ਤੋਂ ਕਮਾਈ ਕਰਕੇ ਆਇਆ। ਇਸ ਕਰਕੇ ਉਹਨਾਂ ਨੂੰ ਧਨਤਾ ਦੇ ਯੋਗ ਕਿਹਾ ਜਾਂਦਾ ਹੈ। ਤੇ ਇਹ ਕਰਕੇ ਨਹੀਂ ਫਿਰ ਹਾਲਤ ਕੀ ਹੋਏਗੀ? ਬੇਕਾਰ ਪਾਥਰ ਗਲੇ ਬਾਂਦੇ ਨਿੰਦ ਪੋਟ ਸਿਰਾਏ। ਤੇਰੇ ਸਿਰ ਦੇ ਉੱਤੇ ਨਿੰਦਿਆ ਦਾ ਭਾਰ ਚੁੱਕਿਆ ਹੋਇਆ ਹੈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ। ਦੂਜੇ ਨੂੰ ਮਾੜਾ ਸਮਝਦਾ, ਆਪ ਨੂੰ ਚੰਗਾ ਸਮਝਦਾ। ਤੇ ਜਿਹਦੇ ਸਿਰ ਦੇ ਉੱਤੇ ਭਾਰੀ ਪੰਡ ਚੱਕੀ ਹੋਵੇ ਤੇ ਫਿਰ ਲੰਘਣਾ ਪੈ ਜਾ ਦਰਿਆ ਦੇ ਵਿੱਚ ਨੂੰ, ਸਮੁੰਦਰ ਦੇ, ਉਹ ਤਾਂ ਡੁੱਬਣਾ ਹੀ ਡੁੱਬਣਾ। ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ। ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋ ਜਾਏਗਾ? ਇਹ ਜਦੋਂ ਕਾਮ ਕ੍ਰੋਧ ਦੀ ਗਠੜੀ ਸਿਰ ਤੇ ਚੁੱਕੀ ਹੋਏਗੀ ਤਾਂ ਫਿਰ ਇਹ ਭਾਰ ਸਿਰ ਦੇ ਉੱਤੇ ਤੇ ਡੁੱਬੇਗਾ ਸੰਸਾਰ ਦੇ ਵਿੱਚ। ਜੇ ਤਰਨਾ ਹੈ ਤਾਂ ਗੁਰੂ ਨਾਨਕ ਦੀ ਇਹ ਮੱਤ ਧਾਰਨ ਕਰ ਲੈ, ਬੈਰਾਗ ਧਾਰਨ ਕਰਕੇ ਸੰਸਾਰ ਦੇ ਅੰਦਰ ਐਂ ਰਹਿ ਜਿਵੇਂ ਪ੍ਰਾਹੁਣਾ ਰਹਿੰਦਾ ਕਿਸੇ ਦੇ ਘਰ ਵਿੱਚ। ਉਹ ਕਹਿੰਦਾ ਆਪਣਾ ਕੀ ਹੈ ਇੱਥੇ? ਮਕਾਨ ਕਿਸੇ ਦਾ, ਮੰਜਾ ਕਿਸੇ ਦਾ, ਬਿਸਤਰਾ ਕਿਸੇ ਦਾ, ਆ ਜਿਹੜਾ ਅੰਨ ਪਕਾ ਕੇ ਦੇ ਕੇ ਤਾਂ ਆਪਾਂ ਤਾਂ 2 ਦਿਨ ਵਾਸਤੇ ਐਂ ਜੀ ਚਲੇ ਜਾਣਾ। ਫਿਰ ਆਹ ਸੰਸਾਰ ਕੀ ਹੈ? ਜੈਸੇ ਰਹਿਣ ਪਰਾਉਣੇ ਉੱਠ ਚੱਲ ਸੈਂ ਪ੍ਰਵਾਤ, ਕਿਆ ਤੂੰ ਰੱਤਾ ਗ੍ਰਸਤ ਸੂੰ ਸਭ ਫੁੱਲਾਂ ਕੀ। ਇਹ ਤਾਂ ਫੁੱਲਾਂ ਦੀ ਬਗੀਚੀ ਹੈ। ਹੁਣ ਅੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਜੀ, ਸੁਣੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਉਚਾਰਨ ਕਰਦੇ ਹੈ। ਤੇ ਘਰ ਦੂਜਾ, ਤੇ ਮਹਾਰਾਜ ਸਾਹਿਬ ਜੀ ਦੂਜੇ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਵੀ ਧਿਆਨ ਰੱਖਣਾ ਜਿਹੜਾ ਹਿੰਸਿਆਂ ਵਾਲਾ ਦੂਸਰਾ ਹੈ, ਇਹਨੂੰ ਦੂਜਾ ਨਹੀਂ ਕਹਿਣਾ। ਇਹਨੂੰ ਬਸ ਕੱਲਾ ਦੂਜਾ ਕਹਿ ਦਿਓ। ਅੱਖਰਾਂ ਦੇ ਵਿੱਚ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ ਇੱਕ ਬੀਆਵਾਨ ਜੰਗਲ ਦੇ ਵਿੱਚ ਤੁਰੇ ਜਾ ਰਹੇ ਸੀ। ਜਾਂਦਿਆਂ ਜਾਂਦਿਆਂ ਕੀ ਨਿਗਾਹ ਆਇਆ? ਗੂੜਾ ਜੰਗਲ ਸੀ। ਹੁਣ ਜੰਗਲ 2 ਭਾਵਨਾਵਾਂ ਵਾਲੇ ਵੱਖਰੇ ਵੱਖਰੇ 2 ਤਰ੍ਹਾਂ ਦੇ ਲੋਕ ਹਨ, ਜਿਹੜੇ ਜੰਗਲ ਇਕਾਂਤ ਨੂੰ ਚਾਹੁੰਦੇ ਆ ਵੀ ਸਾਨੂੰ ਕੋਈ ਦੇਖੇ ਨਾ। ਜਾਂ ਤਾਂ ਜੰਗਲ ਦੇ ਵਿੱਚ ਜਾਂਦਾ ਭਗਤੀ ਕਰਨ ਵਾਲਾ ਵੀ ਮੈਨੂੰ ਕੋਈ ਨਾ ਦੇਖੇ, ਮਨੁੱਖ ਨਾ ਕੋਈ ਦੇਖੇ। ਕਿਉਂ? ਜੇ ਦੇਖੂਗਾ ਉਹ ਸਤਿਕਾਰ ਕਰੂਗਾ, ਮੇਰੇ 'ਚ ਹਉਮੈ ਆਊਗੀ ਵੀ ਬੜੀ ਭਗਤੀ ਕਰਦਾ। ਇੱਕ ਦੂਸਰਾ ਵਿਸ਼ਈ, ਜਿਹੜਾ ਵਿਸ਼ਈ ਆ ਉਹ ਕਹਿੰਦਾ ਜੇ ਦੇਖ ਲਿਆ ਫਿਰ ਕੁੱਟ ਪਊਗੀ, ਜੇ ਦੇਖ ਲਿਆ ਬੇਇੱਜ਼ਤੀ ਹੋਊਗੀ। ਇਸ ਕਰਕੇ ਕਾਲੀਦਾਸ ਕਹਿੰਦਾ ਹੈ, ਕਾਲੀਦਾਸ ਵਿਸ਼ਈ ਤੇ ਭਗਤ ਵਾਲਾ ਦੋਨੇ ਭਾਲ ਦੇ ਜਗ੍ਹਾ ਏਕਾਂਤ ਭਾਈ। ਇਹ ਦੋਨੇ ਏਕਾਂਤ ਜਗ੍ਹਾ ਭਾਲਦੇ ਆ। ਉਹ ਕੋਈ ਵਿਸ਼ਈ ਪੁਰਸ਼ ਸੀ, ਉਹ ਦੋਨੇ ਆਪਸ ਵਿੱਚ ਰਲੇ ਹੋਏ ਸੀ। ਪੁਰਾਣੇ ਸਮਿਆਂ ਦੇ ਕਿਹੜਾ ਹੋਟਲ ਹੁੰਦੇ, ਜਾਂ ਉਹ ਜੰਗਲ ਵਿੱਚ ਗਏ ਤੇ ਮੰਦ ਕਰਮ ਕਰਦੇ ਤੁਰੇ। ਮਹਾਰਾਜ ਦਾ ਤਾਂ ਸੁਭਾਅ ਇਹ ਸੀ, ਉਹ ਉਨੀਆਂ ਅੱਖਾਂ ਖੋਲਦੇ ਜਿਹਦੇ ਨਾਲ ਰਾਹ ਦਿਸੀ ਜਾਵੇ। ਮਹਾਰਾਜ ਨਹੀਂ ਸੀ ਆਲੇ ਦੁਆਲੇ ਜਾਂਦੇ, ਇਹ ਤੁਰਨ ਦਾ ਸੁਭਾਅ ਸੀ ਗੁਰੂ ਨਾਨਕ ਸਾਹਿਬ ਦਾ। ਮਹਾਰਾਜ ਤਾਂ ਆਪਣੇ ਧਿਆਨ 'ਚ ਤੁਰੇ ਗਏ। ਮਰਦਾਨੇ ਦਾ ਸੁਭਾਅ ਸੀ ਆਲੇ ਦੁਆਲੇ ਦੇਖਣ ਦਾ। ਉਹ ਦੇਖ ਕੇ ਮਹਾਰਾਜ ਨੂੰ ਕਹਿੰਦਾ ਜੀ ਦੇਖੋ, ਕਹਿੰਦਾ ਕਲਯੁਗ ਆ ਗਿਆ, ਦੇਖੋ ਕਿੱਡਾ ਪਾਪੀ। ਮਹਾਰਾਜ ਕਹਿੰਦੇ ਮਰਦਾਨਿਆਂ ਖਬਰਦਾਰ, ਜੇ ਉਧਰ ਨੂੰ ਦੇਖਿਆ ਅੱਖਾਂ ਮੀਚ ਲੈ, ਅੱਖਾਂ ਬੰਦ ਕਰਦਾ ਜੇ ਤੈਨੂੰ ਅੱਖਾਂ ਤੇ ਵਿਕਾਰ ਦਿਸਦਾ। ਉਹ ਬਚਨ ਮੰਨ ਕੇ ਅੱਖਾਂ ਬੰਦ ਕਰਕੇ ਕਹਿੰਦਾ ਜੀ ਅੱਖਾਂ ਬੰਦ ਕਰਕੇ ਤੁਰਿਆ ਨਹੀਂ ਜਾਂਦਾ। ਕਹਿੰਦੇ ਗਾਹਾਂ ਆ ਕੇ ਖੋਲ ਲੈ। ਖੋਲ ਲੀਆਂ। ਕਹਿੰਦੇ ਖਬਰਦਾਰ ਹੋਈ ਜੇ ਇਹੋ ਜਿਹੀ ਗੱਲ ਕੀਤੀ ਹੈ। ਗਾਹਾਂ ਇੱਕ ਮਾਛੀ ਉਹ ਪਾਣੀ ਦੇ ਵਿੱਚੋਂ ਮੱਛੀਆਂ ਫੜ ਰਿਹਾ ਕੁੰਡੀ ਲਾ ਲਾ ਕੇ। ਕਹਿੰਦਾ ਦੇਖੋ ਜੀ ਆਹ ਵੀ ਕਿੱਡਾ ਵੱਡਾ ਪਾਪੀ ਹੈ। ਮਾਰੇ ਕਹਿੰਦੇ ਮਰਦਾਨਿਆਂ ਤੇਰੀ ਨਿਗਾਹ 'ਚ ਫਰਕ ਪੈ ਗਿਆ। ਉੱਥੇ ਬਹਿ ਗਏ। ਹੁਣ ਉਧਰ ਸਾਹਸੀ ਕਿਵੇਂ ਹੋ ਸਕਦਾ ਹੈ?
ਵੀ ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨੇ ਨੂੰ ਘੂਰਦੇ ਹੋਣ ਵੀ ਖਬਰਦਾਰ, ਇਹਨੂੰ ਕੁਛ ਨਾ ਕਹੀਂ, ਕੋਈ ਨਹੀਂ ਹੈ, ਸਭ ਆਪ ਹੀ ਆਪ ਹੈ, ਪਰਮੇਸ਼ਰ ਹੀ ਹੈ। ਇਹ ਕਿਤੇ ਹੋ ਸਕਦਾ ਵੀ ਉਹ ਵਿਸ਼ਈ ਬੰਦੇ ਇਸਤਰੀ ਪੁਰਸ਼ ਆ ਕੇ ਗੁਰੂ ਨਾਨਕ ਦੇ ਚਰਨੀ ਨਾ ਫੇ ਪਏ ਹੋਣ? ਵਿਸ਼ਵਾਸ ਹੈ ਕਿ ਚਰਨੀ ਪਏ। ਗੁਰੂ ਨਾਨਕ ਸਾਹਿਬ ਨੇ ਅੱਗੇ ਵਾਸਤੇ ਦੋਨਾਂ ਨੂੰ ਉੱਚਾ ਜੀਵਨ ਬਖਸ਼ਿਆ ਤੇ ਇਹ ਸ਼ਬਦ ਉਚਾਰਨ ਕੀਤਾ। ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ, ਤੇਰੀ ਨਿਗਾਹ 'ਚ ਪੈ ਗਿਆ ਫਰਕ, ਰਵਾਬ ਕਰ ਲੈ ਸੁਰ, ਤੇਰੀ ਨਿਗਾਹ ਹੁਣ ਮੈਂ ਸ਼ਬਦ ਨਾਲ ਠੀਕ ਕਰੂੰਗਾ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਸਾਂਝਾ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਮਹਾਰਾਜ ਗਰੀਬ ਨਿਵਾਜ ਫਰਮਾਨ ਕਰਦੇ ਕਿ ਆਪੇ ਆਪ ਹੈ ਸਭ ਕੁਛ, ਆਪੇ ਰਸੀਆ ਆਪ ਰਸ। ਮਰਦਾਨਿਆਂ, ਉਹ ਪਰਮੇਸ਼ਰ ਆਪ ਹੀ ਰਸੀਆ, ਰਸਾਂ ਦਾ ਗਿਆਤਾ। ਜਿਹੜਾ ਰਸ ਲੈਣ ਵਾਲਾ ਉਹਨੂੰ ਰਸੀਆ ਕਹਿੰਦਾ, ਫਲਾਣਾ ਬੜਾ ਰਸੀਆ ਹੈ, ਜੀਵ ਦਾ ਸਵਾਦੂ ਹੈ। ਉਹ ਆਪ ਹੀ ਰਸੀਆ, ਰਸ ਦਾ ਗਿਆਤਾ ਹੈ ਤੇ ਆਪ ਹੀ ਰਸ ਰੂਪ ਹੈ, ਆਪ ਰਸ ਤੇ ਆਪ ਹੀ ਆਪੇ ਰਾਵਣਹਾਰ। ਆਪ ਹੀ ਰਸਾਂ ਦਾ ਰਾਵਣਹਾਰ ਹੁੰਦਾ, ਭੋਗਣ ਵਾਲਾ। ਇੱਕ ਤਾਂ ਹੋ ਗਿਆ ਨਾ ਰਸ, ਇੱਕ ਰਸ ਨੂੰ ਚੱਖਣ ਵਾਲਾ, ਖਾਣ ਵਾਲਾ। ਇਹ ਰਸਾਂ ਦਾ ਆਨੰਦ ਮਾਣਨ ਵਾਲਾ ਵੀ ਕਹਿੰਦੇ ਨਿਰੰਕਾਰ ਹੈ। ਤੈਨੂੰ ਇਸਤਰੀ ਇਸਤਰੀ ਕਿਵੇਂ ਦਿਖ ਗਈ ਮਰਦਾਨਿਆਂ? ਤੈਨੂੰ ਇਹ ਪੁਰਸ਼ ਕਿਵੇਂ ਵਿਕਾਰੀ ਦਿਖ ਗਿਆ? ਨਿਰੰਕਾਰ ਸੀ। ਇਸਤਰੀ ਵੀ ਨਿਰੰਕਾਰ ਹੈ, ਪੁਰਸ਼ ਵੀ ਨਿਰੰਕਾਰ ਹੈ ਤੇ ਨਿਰੰਕਾਰ ਦੇ ਚੋਜਨ ਤੂੰ ਆਪਣੇ ਮਨ ਦੇ ਵਿੱਚ ਵਿਕਾਰ ਭਾਵਨਾ। ਐਡਾ ਵੱਡਾ ਸੰਤੋਖ, ਐਡੀ ਵੱਡੀ ਨਿਗਾਹ ਗੁਰੂ ਨਾਨਕ ਤੂੰ ਆਪਣੇ ਸਿੱਖਾਂ ਨੂੰ ਦੇ ਰਿਹਾ। ਅਸੀਂ ਤਾਂ ਦੇਖਿਆ ਕੁਝ ਨਹੀਂ ਹੁੰਦਾ ਤੇ ਪਹਾੜ ਬਣਾ ਕੇ ਰੱਖ ਦਿੰਦੇ ਆ ਲੋਕਾਂ ਦੇ ਅੰਦਰ। ਅਸੀਂ ਤਾਂ ਸੁਣੇ ਸੁਣਾਏ ਨਾਲੇ ਕੰਮ ਚੱਲਦੇ ਆ। ਅੱਜ ਸੰਸਾਰ ਦੇ ਕੋਲ ਕੇਵਲ ਕੰਨ ਰਹਿ ਗਏ, ਅੱਖਾਂ ਨਹੀਂ ਰਹੀਆਂ। ਅੱਖਾਂ ਤੋਂ ਅੰਨਾ ਹੋ ਗਿਆ ਸੰਸਾਰ। ਅਖੇ ਵੀ ਤੂੰ ਆ ਜਿਹੜੀ ਗੱਲ ਕਹਿੰਦਾ ਤੇਰੇ ਕੋਲ ਕੀ ਸੀ? ਵੀ ਤਾਂ ਕਹਿੰਦਾ ਵੀ ਫਲਾਨਾ ਕਹਿੰਦਾ ਸੀ ਮੈਨੂੰ। ਉਹਨੂੰ ਪੁੱਛੋ, ਉਹ ਕਹਿੰਦਾ ਮੈਨੂੰ ਫਲਾਨਾ ਕਹਿੰਦਾ ਸੀ। ਕਈ ਵਾਰੀ ਗੱਲ ਹੁੰਦੀ ਨਹੀਂ ਤੇ ਇਸ ਤਰ੍ਹਾਂ ਹੀ ਫੈਲ ਜਾਂਦੀ ਹੈ ਸਾਰੇ। ਜੇ ਸੱਚ ਵੀ ਹੋਵੇ ਤੈਨੂੰ ਕੀ ਲੈਣਾ? ਜੇ ਕੋਈ ਪਾਪ ਕਰਦਾ ਹੈ ਉਹਦਾ ਭਾਰ ਉਹਨੂੰ ਚੁੱਕਣ ਦੇ, ਤੈਨੂੰ ਕੀ ਲੈਣਾ? ਇਸ ਕਰਕੇ ਕਹਿੰਦੇ ਗੰਢ ਆਪਣੀ ਸੰਭਾਲ, ਤੈਨੂੰ ਚੋਰ ਨਾਲ ਕੀ ਗੱਲ, ਆਪਣੀ ਸੰਭਾਲ ਤੈਨੂੰ ਹੋਰ ਨਾਲ ਕੀ। ਸਿਆਣਿਆਂ ਦਾ ਕਥਨ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਭਾਈ ਉਹ ਆਪ ਹੀ ਰਸੀ ਹੈ, ਆਪ ਹੀ ਰਸਰੂ, ਆਪ ਹੀ ਰਾਵਣਹਾਰ। ਰਸਾਂ ਦਾ ਭੋਗਣ ਵਾਲਾ ਵੀ ਆਪ ਹੀ ਹੈ। ਆਪੇ ਹੋਵੇ ਚੋਲੜਾ, ਆਪ ਹੀ ਸੁੰਦਰ ਚੋਲੜਾ, ਚੋਲਾ ਪਹਿਨਣ ਵਾਲਾ ਜਿਹੜਾ ਸਰੀਰ ਰੂਪੀ ਚੋਲੇ ਵਾਲਾ ਵੀ ਆਪ ਹੀ ਹੈ। ਤੂੰ ਇਹਨੂੰ ਵਿਕਾਰ ਦ੍ਰਿਸ਼ਟੀ ਨਾਲ ਕਿਉਂ ਦੇਖਿਆ? ਆ ਜਿਹੜਾ ਪੁਰਸ਼ ਨੂੰ ਤੂੰ ਕਹਿ ਰਿਹਾ ਸੀ, ਆਪੇ ਸੇਜ ਪਧਾਰ। ਆਪ ਹੀ ਸੇਜਾ ਰੂਪ ਹੈ। ਸੇਜਾ ਕੀ ਹੁੰਦੀ ਹੈ? ਜਿਹਦੇ ਚ ਸੌਣ ਸਮੱਗਰੀ ਸਾਰੀ ਹੋਵੇ, ਮੰਜਾ ਹੋਵੇ, ਬਿਸਤਰਾ ਹੋਵੇ, ਦਰੀ ਤਲਾਈ ਸਰਾਣਾ ਸਭ ਕੁਝ ਹੋਵੇ, ਇਕੱਠੀ ਨੂੰ ਸੇਜਾ ਕਹਿੰਦੇ। ਜਾ ਗੁਰ ਦਿਓ ਤਾਂ ਸੇਜਾ ਨਿਕਸਾਈ। ਸੇਜਾ ਸੌਣ ਸਮੱਗਰੀ ਨੂੰ ਕਹਿੰਦੇ। ਚਾਹੇ ਜ਼ਮੀਨ ਦੇ ਉੱਤੇ ਕੱਪੜਾ ਵਿਛਾ ਕੇ ਪੈ ਗਿਆ ਉਹ ਵੀ ਸੇਜਾ ਹੀ ਹੈ। ਸੌਣ ਨੂੰ ਜਿੱਥੇ ਆਰਾਮ ਕਰਨ ਵਾਲੀ ਹੋਵੇ। ਕਹਿੰਦੇ ਆਪ ਹੀ ਸੇਜਾ ਰੂਪ ਹੈ ਤੇ ਆਪ ਹੀ ਪਧਾਰ ਪਤੀ ਰੂਪ ਹੈ, ਆਪ ਹੀ ਪੁਰਸ਼ ਰੂਪ ਹੈ, ਆਪ ਹੀ ਔਰਤ ਰੂਪ ਹੈ। ਰੰਗ ਰਤਾ ਮੇਰਾ ਸਾਹਿਬ, ਉਹ ਆਪ ਹੀ ਮਾਲਕ ਪਰਮੇਸ਼ਰ ਪ੍ਰਭੂ ਰੰਗ ਦੇ ਵਿੱਚ ਰੰਗਿਆ ਹੋਇਆ, ਆਪ ਹੀ ਮਾਲਕ ਜਗਿਆਸੂ ਰੂਪ ਹੋ ਕੇ, ਜਾਂ ਆਪ ਹੀ ਸਾਰਿਆਂ ਰੰਗਾਂ ਵਿੱਚ ਆਪ ਹੀ ਰਤਿਆ ਹੋਇਆ ਹੈ, ਰੰਗਿਆ ਹੋਇਆ ਸਾਰੇ ਰੰਗਾਂ ਵਿੱਚ। ਕੋਈ ਪੁੰਨੀ ਪਾਪੀ ਨਹੀਂ ਹੈ, ਸਭ ਕੁਝ ਆਪੇ ਆਪ ਹੈ ਜੀ। ਰਵ ਰਹਿਆ ਭਰਪੂਰ, ਭਰਪੂਰ ਪਰਿਪੂਰਨ ਪਰਮੇਸ਼ਰ ਵਿਆਪਕ ਹੋ ਕੇ ਰਵ ਰਿਹਾ, ਰਵ ਦਾ ਮਿਲ ਰਿਹਾ ਹੈ। ਸਾਰੀ ਜਗ੍ਹਾ ਚੇਤਨ ਰੂਪ ਹੋ ਕਰਕੇ ਮਿਲ ਰਿਹਾ ਹੈ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ। ਆਪੇ ਮਾਛੀ ਮਾਛਲੀ, ਉਹ ਆਪ ਹੀ ਮਾਛੀ। ਮਾਛੀ ਕੌਣ ਹੈ? ਮੱਛੀਆਂ ਫੜਨ ਵਾਲਾ। ਉਹਨੂੰ ਮਾਛੀ ਕਹਿੰਦੇ ਜਿਹੜਾ ਮੱਛੀਆਂ ਫੜਦਾ। ਜਿਹਦੇ ਕੋਲ ਧਨ ਹੋਵੇ ਉਹਨੂੰ ਧਨੀ ਕਹੀਦਾ ਨਾ, ਜਿਹੜਾ ਮੱਛੀਆਂ ਫੜਦਾ ਉਹਨੂੰ ਮਾਛੀ ਕਹਿੰਦੇ। ਆਪੇ ਮਾਛੀ ਮਾਰੇ ਕਹਿੰਦੇ ਮਰਦਾਨਿਆਂ ਤੂੰ ਕਹਿੰਦੇ ਪਾਪ ਕਰਦਾ, ਕਹਿੰਦੇ ਮੱਛੀ ਰੂਪ ਵੀ ਆਪ ਹੀ ਆ। ਆਪੇ ਮਾਛੀ, ਮੱਛੀਆਂ ਫੜਨ ਵਾਲਾ, ਮਛੂਆਰਾ ਐਂ ਕਹਿ ਲੋ, ਚਲੋ ਉਹ ਵੀ ਆਪ ਹੀ ਹੈ। ਤੇ ਆਪ ਹੀ ਮੱਛੀ ਰੂਪ ਵੀ ਤਾਂ ਆਪ ਹੀ ਧਾਰਨ ਕੀਤਾ ਉਸਨੇ। ਇਹ ਵਾਹਿਗੁਰੂ ਹੈ ਸਾਰੀ ਜਗ੍ਹਾ। ਆਪੇ ਪਾਣੀ ਜਾਲ, ਆਪ ਹੀ ਜਲ ਰੂਪ ਹੈ, ਪਾਣੀ ਰੂਪ ਹੈ। ਆਪ ਹੀ ਜਾਲ ਜਿਹੜਾ ਮੱਛੀਆਂ ਨੂੰ ਫੜਨ ਵਾਸਤੇ ਉਹ ਬੁਣਿਆ ਵਾ ਹੁੰਦਾ ਹੈ, ਤੇ ਇਸ ਤਰ੍ਹਾਂ ਉਹਨੂੰ ਜਾਲ ਕਹਿ ਦਿੰਦੇ। ਰੱਸੀਆਂ, ਬਰੀਕ ਰੱਸੀਆਂ ਦਾ ਤਾਣਾ ਬਾਣਾ, ਜਿਵੇਂ ਬਸਤਰ ਬੁਣੀ ਦਾ ਐ ਛਿੱਦਾ ਛਿੱਦਾ ਰੱਖ ਕੇ ਬੁਣਿਆ ਹੁੰਦਾ, ਮੱਛੀਆਂ ਫਸ ਜਾਂਦੀਆਂ ਨੇ ਉਹਦੇ 'ਚ। ਕਹਿੰਦੇ ਜਾਲ ਰੂਪ ਵੀ ਆਪ ਹੀ ਹੈ। ਉਹ ਪਰਮੇਸ਼ਰ ਵਾਹਿਗੁਰੂ ਸਭ ਕੁਝ ਆਪੇ ਆਪ ਹੀ ਹੈ। ਆਪੇ ਜਾਲ ਮਨਕੜਾ, ਇਹ ਜਿਹੜਾ ਮਨਕੜਾ ਪਾੜਕੜਾ ਮਨਕੜਾ ਨਾ ਬਣ ਜਾ ਕਿਤੇ, ਇਹ ਆਪਣਾ ਧਿਆਨ ਰੱਖਣਾ। ਇੱਥੇ ਅਧਿਕ ਨਹੀਂ ਲੱਗਣ ਦੇਣੀ। ਮਨਕੜਾ
ਆਪ ਹੀ ਜਾਲ ਵਿੱਚ ਮਨਕੜਾ ਮਣਕੇ ਨੂੰ ਕਹਿੰਦੇ ਨੇ। ਉਹ ਮਣਕੇ ਰੂਪ ਹੈ। ਜਾਲ ਦੇ ਵਿੱਚ ਨਾ ਮਨਕੜਾ ਕਾਨਾ ਜਾਂ ਇੱਕ ਬਾਂਸ ਦੀ ਪੋਰੀ ਉਹ ਪਾਈ ਹੁੰਦੀ ਹੈ, ਮਣਕੇ ਵਾਂਗੂ ਵੀ ਹੁੰਦੇ ਮੂਹਰੇ ਲਾਏ ਹੋਏ। ਜਦੋਂ ਉਹ ਕਾਨਾ ਡੁੱਬ ਜਾਏ ਤਾਂ ਫਿਰ ਉਹ ਸ਼ਿਕਾਰੀ ਸਮਝਦਾ ਵੀ ਮੱਛੀ ਫਸ ਗਈ ਹੁਣ ਇਹਦੇ 'ਚ। ਉਹ ਮੱਛੀ ਪਕੜਨ ਦੇ ਦੀ ਜਾਲ ਨੂੰ ਉਸੇ ਵੇਲੇ ਬਾਹਰ ਖਿੱਚ ਲੈਂਦਾ ਹੈ। ਤੇ ਆਪ ਹੀ ਉਹ ਮਨਕੜਾ ਰੂਪ ਹੈ। ਆਪੇ ਅੰਦਰ ਲਾਲ, ਆਪ ਹੀ ਉਹਦੇ 'ਚ ਲਾਲ। ਲਾਲ ਦਾ ਅਰਥ ਹੈ ਮਾਸ ਦਾ ਟੁਕੜਾ। ਉਹ ਗੰਡੋਏ ਹੁੰਦੇ ਨੇ ਲਾਲ ਲਾਲ ਜੇ, ਉਹ ਮੂਹਰੇ ਗੰਡੋਆ ਲਾ ਦਿੰਦੇ ਨੇ ਮੱਛੀਆਂ ਫੜਨ ਵਾਲੇ। ਜੇ ਨਾ ਗੰਡੋਏ ਮਿਲਣ ਫਿਰ ਮਾਸ ਦਾ ਟੁਕੜਾ, ਉਹ ਨਾ ਮਿਲੇ ਆਟਾ ਹੀ ਲਾ ਦਿੰਦੇ ਨੇ, ਮੱਛੀਆਂ ਐਂ ਫੜਦੇ ਆ। ਗੰਡੋਏ ਹੁੰਦੇ ਨੇ, ਉਹਨਾਂ ਨੂੰ ਕੁੰਡੀ ਦੇ ਨਾਲ ਚੰਬੇੜ ਦਿੰਦੇ ਆ। ਉਹ ਲਾਲਚ ਦੇ ਬਸ ਮੱਛੀ ਜਿਹੜੀ ਹੈ ਆਉਂਦੀ ਤਾਂ ਦੂਜੇ ਦਾ ਮਾਸ ਖਾਣਾ ਹੈ, ਪਰ ਦੇਖ ਲਓ ਮੱਛੀ ਫਿਰ ਆਪਣਾ ਮਾਸ ਵੀ ਹੋਰਾਂ ਨੂੰ ਖਵਾਉਂਦੀ ਹੈ। ਕਾਹਦੇ ਵਾਸਤੇ? ਲਾਲਚ 'ਚ ਆ ਗਈ। ਜਦੋਂ ਅਸੀਂ ਲਾਲਚ 'ਚ ਆਵਾਂਗੇ ਸਾਡਾ ਵੀ ਇਹੀ ਹਾਲ ਹੋਊਗਾ। ਫਿਰ ਪਕੜੀ ਜਾਂਦੀ ਹੈ। ਉਹ ਲਾਲ ਮਾਸ ਦਾ ਟੁਕੜਾ ਵੀ ਤੂੰ ਆਪ ਹੀ ਹੈ, ਜਾਲ ਵੀ ਤੂੰ ਆਪ ਹੀ ਹੈ, ਮਨਕੜਾ ਵੀ ਤੂੰ ਆਪ ਹੀ ਹੈ, ਮੱਛੀ ਵੀ ਤੂੰ ਆਪ ਹੀ ਹੈ, ਮਾਛੀ ਵੀ ਤੂੰ ਆਪ ਹੈ। ਸਾਰਿਆਂ ਰੰਗਾਂ ਦੇ ਵਿੱਚ ਸਰਬੀ ਰੰਗੀ ਰੂਪੀ ਤੂੰ ਹੈ। ਤੂੰ ਦਾਤਾ ਆਪ ਹੀ ਹੈ। ਆਪੇ ਬਹੁ ਵਿਦ ਰੰਗਲਾ, ਆਪ ਹੀ ਬਹੁਤ ਵਿਧੀਆਂ ਜੁਗਤੀਆਂ ਕਰਕੇ ਰੰਗਲਾ ਰੰਗੀ ਹੁੰਦਾ ਆਨੰਦ ਦੇਣ ਵਾਲਾ ਪਰਮੇਸ਼ਰ। ਸਖੀ ਮੇਰਾ ਲਾਲ, हे ਸੰਤ ਰੂਪ ਸਖੀਓ ਮੇਰਾ ਲਾਲ ਪਿਆਰਾ ਪਰਮੇਸ਼ਰ। ਉਹ ਆਪ ਹੀ ਬਹੁ ਵਿਦ, ਇੱਕ ਤੋਂ ਅਨੇਕਾਂ ਰੂਪ ਧਾਰਨ ਕਰਨ ਵਾਲਾ ਹੈ। ਕਿਤੇ ਰਾਜਸੀ, ਤਾਮਸੀ, ਸ਼ਾਂਤ ਕੀ ਇਹ ਸੁਭਾਅ ਧਾਰਨ ਕਰੇ ਹੋਏ ਨੇ। ਸਾਡੇ ਵਿੱਚ ਇਹ ਸੁਭਾਅ ਬਦਲਦੇ ਰਹਿੰਦੇ। ਆਪਾਂ ਆਪਣੇ ਸੁਭਾਅ ਤੇ ਨਾ ਨਿਗਾਹ ਨਹੀਂ ਰੱਖਦੇ। ਇਹ ਹਮਲਾ ਤਿੰਨਾਂ ਦਾ ਹੁੰਦਾ, ਤਿੰਨੇ ਬਦਲਦੇ ਰਹਿੰਦੇ ਨੇ। ਜਦੋਂ ਸਾਡੇ ਵਿੱਚ ਤਮੋਗੁਣ ਪ੍ਰਧਾਨ ਹੋ ਜਾਵੇ ਉਦੋਂ ਦੂਸਰੇ ਨੂੰ ਮਾੜੇ ਸ਼ਬਦ ਕਹਾਂਗੇ। ਉਹ ਕੀ ਹੋ ਰਿਹਾ? ਤਮੋਗੁਣ ਬਿਰਤੀ ਹੋ ਗਈ। ਦੂਜੇ ਦੇ ਗਲ ਪਵਾਂਗੇ, ਹਟਾਓ ਤਾਂ ਵੀ ਨਹੀਂ ਹਟਦੇ। ਕਿਉਂ? ਤਮੋਗੁਣ ਆਇਆ ਵਾ। ਜਦੋਂ ਦੋ ਬਾਂਸ ਕਹਿੰਦੇ ਹੁਣ ਚੰਗੇ ਬੰਦੇ ਨੂੰ ਤਾਂ ਕੋਲੋਂ ਚਲੇ ਹੀ ਜਾਣਾ ਚਾਹੀਦਾ ਵੀ ਕੀ ਤਾਂ ਮੇਰੇ ਕੱਪੜਿਆਂ ਨੂੰ ਬਿਨਾਂ ਲੱਗ ਜਾਵੇ ਅੱਗ। ਬਾਂਸਾਂ ਦੀ ਤਰ੍ਹਾਂ ਕਹਿੰਦੇ ਆ ਨਾ। ਫਿਰ ਲਓ ਜੇ ਕੇਲੇ ਦੇ ਨਾਲ ਬਾਂਸ ਕਹਿਣ ਲੱਗ ਜਾਵੇ ਤੁਸੀਂ ਦੱਸੋ ਵੀ ਅੱਗ ਨਿਕਲੂਗੀ? ਸਾਰੀ ਉਮਰ ਖਾਈ ਜਾਵੇ। ਗੁਰਸਿੱਖ ਕੇਲੇ ਵਰਗਾ ਹੈ। ਹਾਂ, ਇਹ ਵੀ ਨਹੀਂ ਹੈ ਵੀ ਦੂਸਰਾ ਬੇਇੱਜ਼ਤੀ ਕਰੀ ਜਾਵੇ। ਉਹਦੇ ਸੁਰਤਾਲ ਹੁੰਦੇ ਨੂੰ ਕੁਛ। ਇਸ ਕਰਕੇ ਤਮੋਗੁਣ ਬਿਰਤੀ ਹੋ ਗਏ। ਜਦੋਂ ਦੋਨਾਂ ਦੀ ਤਮੋਗੁਣ ਬਿਰਤੀ ਹੋ ਗਈ ਫਿਰ ਇੱਕ ਮਰੂਗਾ ਦੂਜੇ ਨੂੰ ਮਾਰੂਗਾ, ਜਾਂ ਇੱਕ ਦੀ ਦਾੜੀ ਪੁੱਟੂਗਾ ਜਦੋਂ ਦੂਜਾ ਦਾੜੀ ਪਟਾਊਗਾ। ਜਿਹੜਾ ਤਗੜਾ ਹੋਊਗਾ ਉਹ ਜ਼ਿਆਦਾ ਨੁਕਸਾਨ ਕਰ ਦੂ, ਪੁਲਿਸ ਦੇ ਕੋਲ ਚਲੇ ਜਾਓਗੇ। ਜਿਹੜਾ ਜਿਹਦੇ ਨਾਲ ਬੇਇਨਸਾਫੀ ਹੋਈ ਆ ਉਹ ਫਿਰ ਪੁਲਿਸ ਵਾਲੇ ਸਾਂਭ ਲੈਣਗੇ। ਕੀ ਹੋਇਆ? ਇਹ ਹੈ ਤਮੋਗੁਣ। ਜਦੋਂ ਰਜੋਗੁਣ ਹੋ ਗਈ ਭਾਵੇਂ ਤੇਲ ਦੀ ਸੀਸੀ ਚੱਕੇ ਸਰੋਂ ਦੀ, ਇਹ ਚੱਕ ਲੂਗਾ ਦੂਜੇ ਦੀ। ਮੈਂ ਆਪਣੇ ਕਮਰੇ 'ਚ ਲੈ ਜਾ, ਸਾਬਣ ਚੱਕ ਲੂਗਾ, ਕੱਪੜੇ ਚੱਕ ਲੂ, ਕਛਹਿਰੇ ਚੱਕ ਲੈਂਦੇ ਨੇ ਕਈ। ਕਿਉਂ? ਰਜੋਗੁਣ ਆ ਗਈ ਬਿਰਤੀ। ਰਜੋਗੁਣ ਦੇ ਵਿੱਚ ਧਨ ਜੋੜਦਾ ਹੈ। ਗਵਾਂਢੀ ਦੇ ਅੱਜ ਜ਼ਮੀਨਦਾਰ ਦੂਜੇ ਦੀਆਂ ਜ਼ਮੀਨ ਨਹੀਂ ਬਾਈ ਜਾਣਗੇ, ਵੱਟ ਨੂੰ ਜਿਹੜੇ ਹੌਲੀ ਹੌਲੀ ਹੋਰ ਗਾਹਾਂ ਚਲੇ। ਕੀ ਹੈ? ਰਜੋਗੁਣ ਬਿਰਤੀ। ਜਦੋਂ ਗੁਰਮੁਖੋਂ ਸਤੋਗੁਣ ਬਿਰਤੀ ਆਊਗੀ। ਸਤੋਗੁਣ ਬਿਰਤੀ ਸੀ ਗੁਰੂ ਤੇਗ ਬਹਾਦਰ ਦੀ। ਮੰਗਤੇ ਨੇ ਮਹਾਰਾਜ ਦਾ ਵਸਤਰ ਮੰਗ ਲਿਆ, ਲਾ ਕੇ ਦੇ ਦਿੱਤਾ ਸੀ। ਕਹਿੰਦੇ ਆਹੀ ਹੈ। ਕਹਿੰਦੇ ਤੈਨੂੰ ਤਾਂ ਤੇਰਾ ਪਿਤਾ ਦਲ ਭੰਜਨ ਗੁਰ ਸੂਰਮਾ ਹੋਰ ਵੀ ਦੇ ਦੂ। ਚੋਲਾ ਲਾ ਕੇ ਦੇ ਦਿੱਤਾ ਸੀ ਮਹਾਰਾਜ ਨੇ ਗਰੀਬ ਨੂੰ। ਇਹ ਹੈ ਸਤੋਗੁਣ ਬਿਰਤੀ। ਸਤੋਗੁਣ ਬਿਰਤੀ 'ਚ ਦੇਣ ਦਾ ਸੁਭਾਅ ਰੱਖਦਾ ਹੈ। ਇਸ ਕਰਕੇ ਹੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਰਜੋਗੁਣ ਬਿਰਤੀ ਵਾਲੇ ਵੀ ਆਪ ਹੀ ਹੈ, ਤੂੰ ਸਤੋਗੁਣ ਬਿਰਤੀ ਵਾਲਾ ਵੀ ਆ, ਤੂੰ ਤਮੋਗੁਣ ਬਿਰਤੀ ਵਾਲਾ ਵੀ ਆਪ ਹੀ ਹੈ। ਇਹ ਤੇਰੇ ਸਾਰੇ ਸੁਭਾਅ ਹਨ ਜੀ। ਨਿਤ ਰਵੈ ਸੁਹਾਗਣੀ, ਗਿਆਨਵਾਨ ਸੰਤ ਰੂਪ ਸੁਹਾਗਣਾ ਜਿਹੜੀਆਂ ਨੇ ਉਹ ਨਿਤੀ ਆਨੰਦ ਨੂੰ ਰਵੈ ਮਾਣਦੀਆਂ ਨੇ। ਉਹ ਸਮਾਧੀ ਦੇ ਵਿੱਚ ਲੀਨ ਹੁੰਦੇ ਆ, ਸਖਿਆਤਾਕਾਰ ਵਾਹਿਗੁਰੂ ਦੇ ਉਹਦੇ ਆਨੰਦ ਨੂੰ ਮਾਣਦੀਆਂ ਨੇ। ਦੇਖੋ ਹਮਾਰਾ ਹਾਲ, ਜਿਹੜਾ ਜਿਗਿਆਸੂ ਹੈ ਸਾਧਨ ਤਾਂ ਹੋ ਗਏ ਕੋਲ, ਪਰ ਵਾਹਿਗੁਰੂ ਅਜੇ ਮਿਲਿਆ ਨਹੀਂ। ਉਹ ਕਹਿੰਦਾ ਹੇ ਅੰਤਰਜਾਮੀ ਸਾਡਾ ਵੀ ਹਾਲ ਦੇਖ ਲੈ ਕਿਤੇ। ਅਸੀਂ ਗਰੀਬਾਂ ਨੂੰ ਵੀ ਆਨੰਦ ਦੇ ਦੇ ਕਿਤੇ, ਸਾਨੂੰ ਵੀ ਸਗਲ ਭਵਨ ਕੇ ਨਾਇਕਾ ਮੋਏ ਇੱਕ ਸਿੰਘ ਦਰਸ਼ ਦਿਖਾਏ ਜੀ। ਫਰੀਦ ਸਾਹਿਬ ਨੇ ਕਿਹਾ ਹੈ ਇਸੇ ਹੌਕੇ ਹਾਵਿਆਂ ਦੇ ਵਿੱਚ, ਫਰੀਦਾ ਚਿੰਤ ਕੰਡੋਲਾ ਬਾਣ ਦੁਖ ਬਿਰਹਿ ਬਿਸ਼ਾਵਣ ਲੇਫ, ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ। ਕਿਤੇ ਦੇਖਦਾ ਲੈ ਸਾਡਾ ਹਾਲ। ਇਹ ਸਾਡਾ ਜੀਵਨ ਹੋ ਰਿਹਾ ਹੈ। ਤੋ ਇਸ ਕਰਕੇ ਹੈ ਸੱਚੇ ਪਾਤਸ਼ਾਹ ਇਹ ਸਾਡੇ ਹਾਲ ਨੂੰ ਦੇਖ, ਦੁਆਰੇ ਬੋਲੀ ਦੇਖ ਹਮਾਰਾ ਹਾਲ। ਤੇ ਇਹ ਕਿਸ ਤਰ੍ਹਾਂ ਦਾ ਹਾਲ ਹੋ ਰਿਹਾ ਹੈ? ਜਿਵੇਂ ਫਰੀਦ ਕਿਹਾ ਚਿੱਤ ਗੰਡੋਲਾ, ਇਹ ਤਾਂ ਸਾਧ ਸੰਗਤ ਜੀ ਮੰਜਾ ਬਣਿਆ ਹੋਇਆ ਹੈ। ਦੁੱਖ ਰੂਪੀ ਬਾਣ ਹੈ ਇਹਦੇ 'ਚ, ਵਿਛੋੜੇ ਦਾ
ਇਹ ਸਾਸੀ ਬਿਰੇ ਵਿਛਾਵਣ ਲੈ ਫੇਰ ਜਾਈ ਹੈ, ਤਲਾਈ ਦਿੱਤੀ ਹੈ। ਇਸੇ ਤਰ੍ਹਾਂ ਵਿਛੋੜਾ ਸਾਡਾ ਜੀਵਣਾ ਹੈ, ਵਿਛੋੜੇ ਦੇ ਵਿੱਚ ਹੈ ਮਾਲਕ। ਸਾਡੇ ਵੱਲ ਵੇਖ, ਨਜ਼ਰ ਤਾਂ ਕਰ, ਸਾਡਾ ਹਾਲ ਤਾਂ ਦੇਖ ਲੈ। ਇਹ ਸਾਹਿਬ ਸੱਚੇ ਵੇਖ ਦੇਖਣਾ ਕਰ ਤੂੰ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਸਾਹਿਬ ਜਦੋਂ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, ਜਿਹੜੀ ਧਰਤੀ 'ਚ ਆਪਾਂ ਬੈਠੇ ਹਾਂ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਇਹਨਾਂ ਨੇ ਦੁਸ਼ਟਾਂ ਨੇ ਇੱਥੇ ਲਿਆ ਕੇ ਸ਼ਹੀਦ ਕਰ ਦਿੱਤੇ। ਚਾਰੇ ਸਾਹਿਬਜ਼ਾਦੇ, ਵਿਹੜਾ ਭਰਿਆ ਹੋਇਆ ਗੁਰੂ ਗੋਬਿੰਦ ਸਿੰਘ ਦਾ ਪੁੱਤਰਾਂ ਦੇ ਨਾਲ, ਗੋਦ ਭਰੀ ਹੋਈ ਪੁੱਤਰਾਂ ਦੇ ਨਾਲ, ਆਲੇ ਦੁਆਲੇ ਬੈਠੇ ਰਹਿੰਦੇ। ਅੱਜ ਸਾਧ ਜੀ ਸਾਰਾ ਵਿਹੜਾ ਖਾਲੀ ਹੋ ਗਿਆ 5 ਦਿਨਾਂ 'ਚ। ਚਾਰੇ ਪੁੱਤਰ ਸੰਸਾਰ ਤੋਂ ਚਲੇ ਗਏ। ਸਿੰਘ ਵੀ ਕੋਈ ਨਾਲਾ ਮਾਛੂਵਾੜੇ ਦੇ ਜੰਗਲਾਂ ਇਕੱਲੇ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਬੈਠੇ। ਉਸ ਵੇਲੇ ਜਦੋਂ ਭਾਈ ਦਇਆ ਸਿੰਘ ਜੀ ਆ ਕੇ ਮਿਲੇ, ਆਪਾਂ ਇਹ ਪ੍ਰਸੰਗ ਨਹੀਂ ਕਰ ਸਕਦੇ, ਅਰਥਾਂ ਦੀ ਵਿਚਾਰ ਹੈ। ਉਸ ਵੇਲੇ ਮਹਾਰਾਜ ਸਾਹਿਬ ਨੇ ਫਿਰ ਜਦੋਂ ਆਕਾਸ਼ ਵੱਲ ਸ਼ਹੀਦਾਂ ਰੂਹਾਂ ਦੀਆਂ ਜਿਹੜੀਆਂ ਉਹ ਵੀ ਨਾਲ ਨਾਲ ਉਹ ਚਮਕੌਰ ਸਾਹਿਬ ਦੇ ਸ਼ਹੀਦ, ਮਹਾਰਾਜ ਸਾਹਿਬ ਕਹਿੰਦੇ ਸਿੰਘੋ ਤੁਸੀਂ ਜਾਓ, ਤੁਹਾਡੀ 5 ਪਿਆਰਿਆਂ 'ਚੋਂ 3 ਪਿਆਰੇ ਸੀ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਹੁਣ ਤੁਸੀਂ ਜਾਓ, ਤੇ ਤੁਹਾਡੀ ਜ਼ਿੰਮੇਵਾਰੀ ਹੁਣ ਪੂਰੀ ਹੋ ਗਈ, ਸੱਚਖੰਡ ਜਾਓ। ਉਹ ਬਿਵਾਨਾ 'ਚ ਨਮਸਕਾਰ, ਮਹਾਰਾਜ ਥੋਤੋਂ ਬਿਨਾਂ ਜਾਣ ਨੂੰ ਜੀ ਨਹੀਂ ਕਰਦਾ। ਮਹਾਰਾਜ ਕਹਿੰਦੇ ਹੁਕਮ ਹੈ ਮੇਰਾ, ਜਾਓ, ਪਰ ਮੇਰਾ ਸੁਨੇਹਾ ਦੇ ਦਿਓ, ਮੇਰੇ ਅਕਾਲ ਪੁਰਖ ਨੇ ਤੁਸੀਂ ਉੱਥੇ ਚੱਲਿਓ। ਮਹਾਰਾਜ ਕੀ ਕਹੀਏ? ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਮਾਛੂਵਾੜੇ ਜੰਗਲਾਂ 'ਚ ਉਚਾਰਿਆ ਮਹਾਰਾਜ ਨੇ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹਦੇ ਅਰਥਾਂ ਨੂੰ ਭਾਈ ਸਮਾਂ ਲੱਗਦਾ ਹੈ, ਕਿਉਂਕਿ ਇਹ ਸ਼ਬਦ ਦੇ ਦੂਰੇ ਅਰਥ ਹੋਣੇ ਆ। ਇਸ ਕਰਕੇ ਮਹਾਰਾਜ ਸਾਹਿਬ ਮਿੱਤਰ ਪਿਆਰੇ ਨੂੰ ਆਪ ਮਰੀਦ ਹੋ ਕੇ ਤੁਹਾਤੋਂ ਬਿਨਾ ਰੋਗ ਰਜਾਈਆਂ ਦਾ, ਜਿਵੇਂ ਰੋਗੀ ਦੀ ਰਜਾਈ ਲਈ ਹੁੰਦੀ ਹੈ ਨਾ, ਰੋਗੇ ਹੈ ਕਰਦਾ, ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਇਹ ਇਉਂ ਹੈ, ਕਹਿੰਦੇ ਰੋਗ ਰਜਾਈਆਂ ਦਾ ਤੋਂ ਬਿਨਾ ਮੈਂ ਇਹ ਮਹਿਸੂਸ ਕਰਦਾ ਜਿਵੇਂ ਕਿਸੇ ਦੇ ਘਰ ਦੇ ਵਿੱਚ ਸੱਪਾਂ ਦੀ ਬਰਮੀ ਹੋਵੇ, ਸੱਪ ਰਹਿੰਦੇ ਹੋਣ, ਉੱਥੇ ਦੇਖ ਲਓ ਕਿੰਨਾ ਔਖਾ ਰਹਿਣਾ। ਨਾਗ ਨਿਵਾਸਾਂ ਦੇ ਰਹਿਣਾ, ਕਹਿੰਦੇ ਤੇਤੇ ਵਿਛੋੜੇ ਵਿੱਚ ਐਂ ਰਹਿਣਾ ਹੈ। ਸੂਲ ਸਰਾਹੀ, ਜਿਹੜੇ ਸ਼ਰਾਬੀ ਲੋਕ ਨੇ, ਹੁਣ ਬੋਤਲਾਂ ਬਣ ਗਈਆਂ, ਪਹਿਲਾਂ ਸੁਰਾਈਆਂ ਹੁੰਦੀਆਂ ਸੀ, ਉਹਦੇ ਹੀ ਪੀਆ ਕਰਦੇ ਸੀ। ਕੋਈ ਸ਼ਰਾਬ ਪੀਂਦੇ, ਸ਼ਰਾਬ ਤਾਂ ਇੱਕ ਪਾਸੇ ਆ ਕੇ ਨੇਜਾ ਮਾਰੇ ਹਿੱਕ 'ਚ ਗੱਡ ਦੇਵੇ, ਕਹਿੰਦੇ ਜਿੰਨਾ ਉਹ ਦੁਖੀ ਹੁੰਦਾ ਹੈ। ਖੰਜਰ ਪਿਆਲਾ, ਕੋਈ ਖੰਜਰ ਮਾਰ ਦੇਵੇ ਬੱਖੀ 'ਚ ਆ ਕੇ, ਕਹਿੰਦੇ ਤੇਰੇ ਵਿਛੋੜੇ ਦੇ ਵਿੱਚ ਇਸ ਤਰ੍ਹਾਂ ਸਾਨੂੰ ਬਿੰਗ ਕਸਾਏ, 3 ਦੁੱਖ ਦੇਣ ਵਾਲੇ ਵੱਖਰੇ ਵੱਖਰੇ ਚੀਜ਼ਾਂ ਕਹੀਆਂ ਨੇ। ਤੇ ਸੂਲ ਕਿਹਾ, ਖੰਜਰ ਕਿਹਾ, ਤੇ ਬਿੰਗ ਕਿਹਾ, ਕਸਾਈਆਂ ਜਿਹਦੇ ਨਾਲ ਗਊ ਨੂੰ ਮਾਰਦੇ ਆ, ਕੋਹ ਕੇ ਮਾਰਦੇ ਆ। ਇੱਕ ਹੋਰ ਵੀ ਯੰਤਰ ਬਣਿਆ ਜਿਹੜਾ ਤੜਫੀ ਜਾਂਦੀ ਹੈ ਗਊ, ਬੜੀ ਦੇਰ ਤੱਕ ਤੜਫ ਕੇ ਮਰਦੀ ਹੈ। ਕਹਿੰਦੇ ਜੀ ਉਹਦਾ ਫਿਰ ਚਾਮੜਾ ਵਧੀਆ ਹੁੰਦਾ ਕਿ ਐਂ ਤਰਸਾ ਕੇ ਮਾਰਦੇ ਆ, ਉਹਨੂੰ ਬਿੰਗ ਕਹਿੰਦੇ ਆ। ਉਹਦੇ ਨਾਸਾਂ ਦੇ ਵਿੱਚ ਫਸਾ ਦਿੰਦੇ ਆ। ਬਿੰਗ ਛੁਰੇ ਨੂੰ ਵੀ ਕਹਿੰਦੇ ਜਿਹੜਾ ਸ਼ਾਹ ਰਗ ਵੱਢਦਾ, ਹੌਲੀ ਹੌਲੀ ਮਾਰਦੇ ਆ। ਤੇ ਇਉਂ ਕਹਿੰਦੇ ਯਾਰੜੇ ਦਾ ਸਾਨੂੰ 70 ਚੰਗਾ, ਭੱਟ ਖੇੜਿਆਂ ਦਾ ਰਹਿਣਾ। ਤੇ ਸਾਨੂੰ ਤਾਂ ਜਿਵੇਂ ਖੇੜਿਆਂ ਬਸਤੀ ਨਾਲੋਂ ਸਾਨੂੰ ਤਾਂ ਆਹ ਚੰਗਾ ਹੈ, ਕਹਿੰਦੇ ਜਿੱਥੇ ਹੁਣ ਅਕਾਲ ਪੁਰਖ ਤੇਰੀ ਯਾਦ ਬਣੀ ਹੋਈ ਹੈ, ਤੇ ਭੱਠੀ ਦੀ ਤਰ੍ਹਾਂ ਹੈ ਜਿਹੜਾ ਕਿਤੇ ਖੇੜਿਆਂ ਦੇ ਵਿੱਚ ਬਸਤੀ ਦੇ ਵਿੱਚ ਰਹਿਣਾ ਹੈ। ਤੇ ਇਹ ਮਹਾਰਾਜ ਸਾਹਿਬ ਨੇ ਇਹੀ ਸ਼ਬਦ ਫਿਰ ਭਾਈ ਦਇਆ ਸਿੰਘ ਜਦੋਂ ਸੱਚਖੰਡ ਗਏ ਹੈ ਉਹਨਾਂ ਨੂੰ ਵੀ ਸੁਨੇਹਾ ਦਿੱਤਾ ਸੀ। ਇਹ ਮਹਾਰਾਜ ਸਾਹਿਬ ਨੇ 2 ਜਗ੍ਹਾ ਇਹ ਸ਼ਬਦ ਪੜ੍ਹਿਆ। ਹਾਂਜੀ, ਅੱਗੇ ਫਰਮਾਨ ਕਰਦੇ ਨੇ, ਪ੍ਰਣਵੈ ਨਾਨਕ ਬੇਨਤੀ। ਤੇ ਇਹ ਪ੍ਰਮਾਣ ਦਿੱਤਾ ਹੈ, ਇਹ ਹਮਾਰਾ ਜੀਵਨ ਤੋਂ ਸਾਹਿਬ ਸੱਚੇ ਵੇਖ। ਮਹਾਰਾਜ ਨੇ ਵੀ ਇਸ ਵਿਛੋੜੇ ਦੀ ਗੱਲ ਕੀਤੀ ਹੈ, ਯਾਰੜੀ ਦਾ ਸਾਨੂੰ 70 ਚੰਗੇ ਦੀ ਗੱਲ। ਪ੍ਰਣਵੈ ਨਾਨਕ ਬੇਨਤੀ, ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਆ, ਬੇਨਤੀ ਉਚਾਰਨ ਕਰਦੇ, ਨਿਮਰਤਾ ਸਹਿਤ ਬੇਨਤੀ। ਪ੍ਰਣਵੈ ਨਾਨਕ ਬੇਨਤੀ, ਇਹ ਬੇਨਤੀ ਪ੍ਰਣਵੈ ਉਚਾਰਨ ਕਰ ਰਿਹਾ, ਬੇਨਤੀ ਦੇ ਸਹਿਤ। ਤੂੰ ਸਰਵਰ ਤੂੰ ਹੰਸ, ਹੇ ਵਾਹਿਗੁਰੂ ਤੂੰ ਮਾਨ ਸਰੋਵਰ ਵੀ ਹੈ ਤੇ ਤੂੰ ਹੰਸ ਵੀ ਹੈ। ਤੇ ਅੱਗੇ ਕਹਿਣਗੇ ਕਮਲ ਫੁੱਲ ਵੀ ਤੂੰ ਹੀ ਹੈ, ਸਾਰੀ ਜਗ੍ਹਾ ਤੂੰ ਹੀ ਹੈ। ਤੇ ਹੰਸ ਜਿਹੜੇ ਉਹ ਮਾਨ ਸਰੋਵਰ ਦੇ ਉੱਤੇ ਚੋਗਾ ਚੁਗਦੇ ਆ, ਉਹਨਾਂ ਦਾ ਖਾਣਾ ਹੈ। ਤੇ ਮਹਾਰਾਜ ਤੂੰ ਆਪ ਹੀ ਹੰਸ ਰੂਪ ਵੀ ਹੈ, ਪੰਛੀ ਰੂਪ, ਤੇ ਮਾਨ ਸਰੋਵਰ ਵੀ ਆਪ ਹੀ ਹੈ। ਤੇ ਇਸ ਕਰਕੇ ਹੈ ਸੱਚੇ ਪਾਤਸ਼ਾਹ ਜੀ, ਕੌਲ ਤੂੰ ਹੈ, ਕਵੀਆ ਤੂੰ ਹੈ। ਕੌਲ ਕਮਲ ਫੁੱਲ ਵੀ ਤੂੰ ਆਪ ਹੀ ਹੈ। ਤੇ ਕਵੀਆਂ ਨੂੰ ਕਹਿੰਦੇ ਨੇ। ਇਹ ਕਮੀਆਂ ਜਿਹੜੀਆਂ ਹੁੰਦੀਆਂ ਨੇ ਇਹ ਰਾਤ ਨੂੰ ਖਿੜਦੀਆਂ, ਉਹ ਵੀ ਤੂੰ ਆਪ ਹੀ ਹੈ। ਕੌਲ ਕਮਲ ਹੈ ਜਿਹੜਾ ਉਹ ਸੂਰਜ ਨੂੰ ਦੇਖ ਕੇ ਦਿਨ ਦੇ ਵਿੱਚ ਖਿੜਦਾ ਹੈ। ਕਵੀਆਂ ਜਿਹੜੀਆਂ ਨੇ ਉਹ ਚੰਦਰਮਾ ਨੂੰ ਦੇਖ ਕੇ ਰਾਤ ਨੂੰ ਖਿੜਦੀਆਂ ਨੇ। ਇਹ ਹੁੰਦਾ ਸ਼ਕਲ ਇੱਕੋ ਜਿਹੀ ਹੈ ਕਮੀਆਂ ਦੀ, ਤੇ ਉਹਨਾਂ ਦੀ ਇਹਨਾਂ ਦੇ ਵਿੱਚ ਫਰਕ ਹੈ। ਉਹ ਚੰਦਰਮਾ ਨੂੰ ਦੇਖ ਖਿੜਦੀ ਹੈ, ਉਹ ਸੂਰਜ ਨੂੰ ਦੇਖ ਖਿੜਦੀ ਹੈ। ਉਹ ਵੀ ਤੂੰ ਆਪ ਹੀ ਹੈ। ਐਸਾ ਤੂੰ ਆਪ ਹੀ ਹੈ ਪਰਮੇਸ਼ਰ। ਆਪੇ ਵੇਖ ਵਿਗਾਸ, ਆਪ ਹੀ ਪਰਮੇਸ਼ਰ
ਕਵੀਆਂ ਕਮੀਆਂ ਰੂਪ ਹੋ ਕੇ ਚੰਦਰਮਾ ਨੂੰ ਦੇਖ ਕੇ ਖਿੜ ਰਿਹਾ ਹੈ ਤੇ ਆਪ ਹੀ ਕਮਲ ਰੂਪ ਹੋ ਕੇ ਸੂਰਜ ਨੂੰ ਦੇਖ ਕੇ ਵਿਗਸ ਖਿੜ ਰਿਹਾ ਹੈ। ਇਹ ਪਾਠ ਵਿਗਸ ਕਰਨਾ ਹੈ, ਇਹ ਪਾਠ ਦਾ ਭੇਦ ਹੈ। ਵਿਗਸ ਨਾ ਬਣ ਜਾਏ, ਵਿਗਸ ਪਾਠ ਕਰਨਾ ਹੈ। ਇਸੇ ਪ੍ਰਕਾਰ ਜੀ ਆਪੇ ਰਸੀਆ ਆਪ ਰਸ, हे ਪਰਮੇਸ਼ਰ ਤੂੰ ਆਪ ਹੀ ਰਸੀਆ, ਰਸਾਂ ਦਾ ਗਿਆਤਾ ਹੈ, ਤਤਵੇਤਾ ਹੈ ਤੂੰ, ਬ੍ਰਹਮਾਨੰਦ ਦੇ ਰਸ ਵਾਲਾ, ਤੇ ਆਪ ਹੀ ਤੂੰ ਬ੍ਰਹਮਾਨੰਦ ਰੂਪੀ ਰਸ ਹੈ। ਆਪ ਹੀ ਉਹ ਰਸ ਨੂੰ ਮਾਨਣ ਵਾਲਾ ਬ੍ਰਹਮ ਗਿਆਨੀ ਹੈ ਤੇ ਆਪੇ ਰਸੀਆ ਆਪ ਰਸ, ਤੇ ਆਪ ਹੀ ਸੱਚੇ ਪਾਤਸ਼ਾਹ ਜੀ ਈਸ਼ਵਰ ਰੂਪ ਹੈ, ਆਪ ਹੀ ਜਗਿਆਸੂ ਰੂਪ ਹੈ। ਉਹਨਾਂ ਦੇ ਅੰਤਸਕਰਨ ਦੇ ਅੰਦਰ ਅਭਾਸ਼ ਬਿਰਤੀ ਦਾ ਸਾਖੀ ਚੇਤਨ ਰੂਪ ਵੀ ਤੂੰ ਆਪ ਹੀ ਹੈ ਜੀ। ਆਪੇ ਰਾਵਣ ਹਾਰ, ਆਪ ਹੀ ਰਾਵਣ ਭੋਗਣ ਵਾਲਾ ਵੀ ਆਪ ਹੈ, ਉਹਦੇ ਚ ਅਭੇਦ ਦਾ ਆਨੰਦ ਮਾਨਣ ਵਾਲਾ ਵੀ ਤੂੰ ਆਪ ਹੀ ਹੈ ਜੀ। ਆਪੇ ਹੋਵੇ ਚੋਲੜਾ, ਇਹ ਵਾਹਿਗੁਰੂ ਤੂੰ ਆਪ ਹੀ ਸੁਧ ਬੁੱਧ ਰੂਪੀ ਪ੍ਰੀਤ ਰੂਪੀ ਚੋਲ ਹੈ ਤੂੰ, ਆਪ ਹੀ ਅੰਤਸਕਰਨ ਰੂਪੀ, ਆਪੇ ਸੇਜ ਪਤਾਰ, ਅੰਤਸਕਰਨ ਦੀ ਸੇਜਾ ਰੂਪ ਵੀ ਤੂੰ ਆਪ ਹੀ ਹੈ। ਜਿਸ ਦੇ ਮਨ ਬੁੱਧ ਚਿੱਤ ਹੰਕਾਰ ਰੂਪੀ ਇਹ ਤਾਂ ਪਾਵੇ ਬਣੇ ਨੇ, ਜਿਵੇਂ ਮੰਜੇ ਦੇ 4 ਪਾਵੇ ਹੁੰਦੇ ਨੇ। ਬਿਰਤੀਆਂ ਜਿਹੜੀਆਂ 2 ਸੇਰਵੇ 2 ਬਾਹੀਆਂ, ਬਿਰਤੀਆਂ ਸੇਰਵੇ ਤੇ ਬਾਹੀਆਂ ਨੇ। ਪ੍ਰੇਮ ਰੂਪੀ ਬਾਣ ਦਾ ਬੁਣਿਆ ਹੋਇਆ ਹੈ, ਚਿੰਤਨ ਰੂਪੀ ਤਲਾਈ ਹੈ, ਹੰਕਾਰ ਦਾ ਤਿਆਗ ਕਰਨਾ ਰੂਪ ਸਰਾਣਾ ਹੈ, ਭਗਤੀ ਰੋਹ ਸਿਰੋਂ ਪਾਓ ਇਹਦੇ ਤੇ ਪਾਇਆ ਹੋਇਆ ਹੈ। ਇਹ ਅੰਦਰ ਦੀ ਸੇਜਾ ਹੈ ਜਿਹਦੇ ਉੱਤੇ ਸਤ ਸੰਤੋਖ ਦਇਆ ਧਰ ਰੂਪੀ ਤੋਤੇ ਕੱਢੇ ਹੋਏ ਆ, ਜਿਵੇਂ ਕਢਾਈਆਂ ਕੱਢ ਲੈਂਦੀਆਂ ਬੀਬੀਆਂ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ਿਆਂ ਦਾ ਤਿਆਗ ਹੈ, ਇਹਦੇ ਫੁੱਲ ਕੱਢੇ ਹੋਏ ਨੇ। ਜਿਹੜੇ 4 ਮਹਾਵਾਕ ਨੇ, ਤਤਮਸੀ ਮਹਾਵਾਕ ਹੈ, ਪ੍ਰਗਿਆਨਮਾਨੰਦ ਮਹਾਵਾਕ ਹੈ, ਅਯੰ ਆਤਮਾ ਹੈ, ਅਹੰ ਬ੍ਰਹਮਅਸਮੀ ਹੈ, ਇਹ ਸੇਜ ਬੰਧਨ। ਸੇਜ ਬੰਧ ਹੁੰਦਾ ਵੀ ਜਿਹੜੀ ਤਲਾਈ ਇਕੱਠੀ ਨਾ ਹੋਵੇ ਚਾਦਰ, ਉਹ ਰੇਸ਼ਮ ਦੇ ਜਾਂ ਡੋਰ ਦੇ ਬਣੇ ਹੁੰਦੇ, ਪਾਵਿਆਂ ਨਾਲ ਬੰਨ੍ਹ ਦੇਈਦੇ ਸੀ। ਉਹ ਫਿਰ ਤਣੀ ਰਹਿੰਦੀ ਸੀ। ਜਿਹੜੀ ਸੇਜਾ ਹੈ ਮੰਜਾ ਬਿਸਤਰਾ ਜਿਹੜਾ, ਉਹ ਚਾਦਰ ਇਕੱਠੀ ਨਹੀਂ ਸੀ ਹੁੰਦੀ। ਉਹ ਅੰਤਸ਼ ਕਰਨ ਦੇ 4 ਮਹਾਵਾਕ ਸੇਜਾ ਬੰਦ ਵੀ ਤੂੰ ਆਪ ਹੀ ਹੈ, ਜਿਗਾਸੂ ਰੂਪ ਇਸਤਰੀ ਵੀ ਤੂੰ ਆਪ ਹੀ ਹੈ, ਆਨੰਦ ਦੇਣ ਵਾਲਾ ਪਤਾਰ ਪਤੀ ਵੀ ਤੂੰ ਆਪ ਹੀ ਹੈ। हे ਪਰਮੇਸ਼ਰ ਤੂੰ ਆਪ ਹੀ ਆਪ ਹੈ। ਰੰਗ ਰਤਾ ਮੇਰਾ ਸਾਹਿਬ, ਮੇਰੇ ਸਹਿ ਮਾਲਕ ਪਰਮੇਸ਼ਰ ਜੀ ਤੂੰ ਆਪ ਹੀ ਬਿਰਤੀ ਦੁਆਰਾ ਅਨੇਕ ਪ੍ਰਕਾਰ ਦੇ ਰੰਗਾਂ ਨੂੰ ਰੱਤਾ ਰੱਤਿਆ ਹੋਇਆ ਹੈ। ਆਕਾਸ਼ ਦੀ ਨਿਆਈ ਤੂੰ ਸਾਰੀ ਜਗ੍ਹਾ ਇਉਂ ਹੈ। ਰਬ ਰਹਿਆ ਭਰਪੂਰ, ਉਹ ਪਰਿਪੂਰਨ ਕਿਵੇਂ ਹੋ ਰਿਹਾ? ਜਿਵੇਂ ਆਕਾਸ਼ ਪਰਿਪੂਰਨ ਹੈ। ਫਰਕ ਕੀ ਹੈ? ਆਕਾਸ਼ ਜੜ ਹੈ, ਤੂੰ ਚੇਤਨ ਹੈ। हे ਵਾਹਿਗੁਰੂ ਤੇਰੀ ਚੇਤਨ ਸੱਤਾ ਸਾਰਿਆਂ 'ਚ ਪਰਿਪੂਰਨ ਹੋ ਰਹੀ ਹੈ, ਤੇ ਇਸ ਕਰਕੇ ਰੋਜੀ ਦੇ ਰਹੇ ਹੈ, ਸਵਾਸ ਦੇ ਰਹੇ ਹੈ, ਨਿਰੰਤਰ ਇੱਕ ਰਸ ਹੈ ਤੂੰ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਆਪੇ ਮਾਛੀ ਮਾਛਲੀ, हे ਪ੍ਰਭੂ ਤੂੰ ਆਪ ਹੀ ਮਾਛੀ, ਅਗਿਆਨ ਰੂਪੀ ਮਾਛੀ ਹੈ ਤੂੰ। ਅਗਿਆਨ ਫਸਾਉਂਦਾ ਹੈ, ਅਗਿਆਨ ਰੂਪੀ ਮਾਛੀ ਫੰਦਕ ਹੈ ਤੂੰ। ਆਪ ਹੀ ਅਗਿਆਨ ਰੂਪ ਤੈਂ ਹੀ ਪੈਦਾ ਕਰਿਆ ਅਗਿਆਨ ਵੀ ਤਾਂ, ਤੇ ਆਪ ਹੀ ਤ੍ਰਿਸ਼ਨਾਲੂ ਰੂਪ ਜੀਵ। ਉਹ ਮੱਛੀ ਜਿਵੇਂ ਲਾਲਚ ਫਸਦੀ ਹੈ, ਇਹ ਲਾਲਚ ਰੂਪ ਮੱਛੀ ਵੀ ਤੂੰ ਆਪ ਹੀ ਬਣਿਆ ਹੋਇਆ ਹੈ। ਇਹ ਜੀਵ ਰੂਪ ਤੂੰ ਆਪ ਹੀ ਹੈ, ਮੱਛੀ ਰੂਪ ਵੀ ਤੂੰ ਆਪ ਹੀ ਹੈ, ਤੇ ਆਪ ਹੀ ਆਪੇ ਪਾਣੀ ਜਲ, ਆਪ ਹੀ ਪਦਾਰਥਾਂ ਰੂਪ ਪਾਣੀ ਹੈ ਤੂੰ, ਤੇ ਆਪ ਹੀ ਜੀਵਾਂ ਨੂੰ ਫਸਾਉਣ ਵਾਲਾ ਮੋਹ ਰੂਪੀ ਜਾਲ ਵੀ ਤੂੰ ਆਪ ਹੀ ਹੈ। ਇਸ ਕਰਕੇ ਵਾਹਿਗੁਰੂ ਤੂੰ ਆਪ ਹੀ ਆਪ ਹੈ। ਆਪੇ ਜਲ ਮਨਕੜਾ, ਇਹ ਵਾਹਿਗੁਰੂ ਜੀ ਮੋਹ ਰੂਪੀ ਜਾਲ ਦੇ ਵਿੱਚ ਵਰਨਾ ਧਰਮਾਂ ਆਸ਼ਰਮਾਂ ਜਾਤਾਂ ਪਾਤਾਂ ਦੀ ਜਿਹੜੇ ਗੰਢਾਂ ਨੇ, ਇਹ ਮਨਕੜਾ ਵੀ ਗੰਢਾਂ ਵੀ ਤੂੰ ਆਪ ਹੀ ਮਣ ਕੇ ਬਣਿਆ ਹੋਇਆ ਹੈ। ਜਿਵੇਂ ਉਹ ਮਾਂ ਦਾ ਲੋਥਰਾ ਜਾਂ ਗੰਡਵਾ ਲਾਇਆ ਹੁੰਦਾ ਹੈ, ਤੇ ਇਸੇ ਪ੍ਰਕਾਰ ਆਪ ਹੀ ਜੇ ਆਪੇ ਅੰਦਰ ਲਾਲ, ਆਪ ਹੀ ਲਾਲਸਾ ਰੂਪੀ ਜਿਹੜੀ ਲਾਲਸਾ ਜੀਵਾਂ ਦੇ ਅੰਦਰ ਹੈ, ਮਾਸ ਦਾ ਟੁਕੜਾ, ਇਹ ਵੀ ਤੂੰ ਆਪ ਹੀ ਹੈ। ਆਪੇ ਬਹੁ ਰੰਗਲਾ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਗਿਆਸੂ ਰੂਪ ਸਖੀਏ। ਇਸ ਪ੍ਰਕਾਰ ਮੇਲਾ ਲਾਲ ਪਿਆਰਾ ਵਾਹਿਗੁਰੂ ਬਹੁ ਵਿਧ, ਬਹੁਤ ਵਿਧੀਆਂ ਪੂਰਵਕ, ਕਿਹੜੀਆਂ? ਅੰਡਜ ਜੇਰਜ ਸੇਤਜ ਉਤਪਜ, 4 ਖਾਣੀਆਂ ਰਚ ਕਰਕੇ ਉਹ ਵਾਹਿਗੁਰੂ ਸਖੀਏ ਮੇਰਾ ਲਾਲ, ਤੇ ਉਹ ਰੰਗਲਾ ਰੰਗੀ ਦੇ ਰਿਹਾ ਮੇਰਾ ਲਾਲ ਪਿਆਰਾ ਵਾਹਿਗੁਰੂ। ਐਸਾ ਪਰਮੇਸ਼ਰ ਹੈ, ਉਹ ਰੰਗਲਾ ਹੈ, ਤੇ ਇਸ ਕਰਕੇ ਉਹ ਰੰਗੀ ਹੋ ਰਿਹਾ ਮੇਰਾ ਲਾਲ ਪਿਆਰਾ ਵਾਹਿਗੁਰੂ ਪਰਮੇਸ਼ਰ। ਲਾਲ ਪਿਆਰੇ ਨੂੰ ਕਹਿੰਦੇ ਨੇ ਨਿਤਰ ਸੁਹਾਗਣੇ, ਪਰਮੇਸ਼ਰ ਦੇ ਸਨਮੁਖ ਕਹਿੰਦੇ ਨੇ हे ਪਰਮੇਸ਼ਰ ਬ੍ਰਹਮ ਗਿਆਨੀ,
ਬ੍ਰਹਮ ਗਿਆਨ ਰੂਪ ਸੁਹਾਗਣਾ ਸੁਹਾਗਵੰਤੀਆਂ ਜਿਨ੍ਹਾਂ ਨੂੰ ਤੂੰ ਪ੍ਰਾਪਤ ਹੋ ਗਿਆ ਹੈ, ਉਹ ਨੇਤਾ ਪ੍ਰਤੀ ਬ੍ਰਹਮਾਨੰਦ ਨੂੰ ਰਵੇ ਮਾਣਦੀਆਂ ਨੇ। ਪਰ ਜਿਹੜੇ ਜਗਿਆਸੂ ਨੇ ਤੇ ਉਹਨਾਂ ਨੂੰ ਤੇਰੀ ਪ੍ਰਾਪਤੀ ਅਜੇ ਹੋਈ ਨਹੀਂ ਹੈ, ਸਾਧਨ ਹੈਗੇ ਉਹਨਾਂ ਦੇ ਕੋਲ, ਉਹ ਤੇਰੇ ਅੱਗੇ ਇਉਂ ਬੇਨਤੀਆਂ ਕਰਦੀਆਂ ਨੇ, ਪਰਮੇਸ਼ਰ ਪ੍ਰਭੂ ਜੀ ਸਾਡੀ ਵੀ ਕਿਤੇ ਸੁਣ ਲਓ, ਦੇਖ ਹਮਾਰਾ ਹਾਲ, ਇਹ ਸਾਡਾ ਹਾਲ ਤਾਂ ਦੇਖ ਲਓ, ਅਸੀਂ ਦੇਖਣਾ ਕਰੋ, ਅਸੀਂ ਦੁਖੀ ਹੋ ਰਹੇ ਹਾਂ ਤੇਰੇ ਵਿਛੋੜੇ ਦੇ ਵਿੱਚ, ਵਿਛੋੜਾ ਸੁਣਿਆ ਦੁੱਖ, ਇਹ ਦੁੱਖ ਹੋ ਰਿਹਾ ਸਾਨੂੰ। ਪ੍ਰਣਵੈ ਨਾਨਕ ਬੇਨਤੀ, ਤੇ ਸਤਿਗੁਰੂ ਜੀ ਚਾਰਨ ਕਰਦੇ ਨੇ, ਪ੍ਰਣਵੈ ਬੇਨਤੀ ਕਰਦੇ ਨੇ, ਬੇਨਤੀ ਦਾ ਪ੍ਰਣਵੈ ਉਚਾਰਨ ਕਰਦੇ ਹਨ। ਤੂੰ ਸਰਵਰ ਤੂੰ ਹੰਸ, ਇਹ ਵਾਹਿਗੁਰੂ ਅੰਤਰ ਆਤਮੇ ਸਰਵਰ ਮਾਨ ਸਰੋਵਰ ਵੀ ਤੂੰ ਆਪ ਹੀ ਹੈ, ਅੰਤਰ ਆਤਮੇ ਬ੍ਰਹਮ ਗਿਆਨੀ ਤਤਵੇ ਤੇ ਰੂਪ ਵੀ ਹੰਸ ਵੀ ਤੂੰ ਆਪ ਹੀ ਹੈ। ਹੰਸ ਇੰਨਾ ਹੀ ਫਰਕ ਹੈ, ਉਹ ਦੁੱਧ 'ਚ ਚੁੰਝ ਪਾ ਦਿੰਦੇ ਨੇ, ਦੁੱਧ ਪਾਣੀ ਅਲੱਗ ਹੋ ਜਾਂਦਾ ਹੈ, ਤੇ ਤਤਵੇ ਤੇ ਜਿਹੜੇ ਨੇ ਉਹ ਹੰਸ ਦੀ ਨਿਆਈ ਕਿਵੇਂ ਨੇ, ਉਹਨਾਂ ਦੀ ਬਿਰਤੀ ਰੂਪੀ ਚੁੰਝ ਜਦੋਂ ਸੰਸਾਰ ਰੂਪੀ ਦੁੱਧ ਪਾਣੀ 'ਚ ਪੈਂਦੀ ਹੈ, ਇਹ ਸੰਸਾਰ ਦੁੱਧ ਦੀ ਨਿਆਈ ਹੈ, ਇਹਦੇ 'ਚ ਪਾਣੀ ਆ ਜਿਹੜਾ ਦੁੱਧ 'ਚ 70% ਪਾਣੀ ਹੁੰਦਾ ਹੈ, ਪਰ ਜਿਹੜਾ ਪਰਮੇਸ਼ਰ ਨੇ ਦੁੱਧ ਪਾਣੀ ਇਕੱਠਾ ਕੀਤਾ ਵਾ, ਆਪਣੀਆਂ 3 ਅੰਸ਼ਾਂ ਰੱਖੀਆਂ, ਉਹਦੇ 'ਚ ਇੰਨਾ ਫਰਕ ਹੈ ਪਾਣੀ ਤੇ ਦੁੱਧ ਨਾਲੋਂ, ਤੇ ਮਾਇਆ ਰੂਪ ਦਾ ਪਾਣੀ ਹੈ ਤੇ ਦੁੱਧ ਰੂਪ ਸਤ ਚੇਤਨਾਨੰਦ ਬ੍ਰਹਮ ਹੈ। ਉਹ ਵਿਚਾਰ ਰੂਪੀ ਚੁੰਝ ਪਾਉਂਦੇ ਆ, ਸਤ ਚੇਤਨਾਨੰਦ ਦੁੱਧ ਦੀ ਨਿਆਈ ਅਲੱਗ ਕਰ ਲੈਂਦੇ ਨੇ, ਨਾਮ ਤੇ ਰੂਪ ਮਾਇਆ ਨੂੰ ਅਲੱਗ ਕਰਦੇ, ਨਾਮ ਤੇ ਰੂਪ ਇਹ ਮਿਥਿਆ ਹੈ, ਉਹ ਤਤ ਵਸਤੂ ਨੂੰ ਗ੍ਰਹਿਣ ਕਰ। ਇਸ ਕਰਕੇ ਉਹ ਹੰਸ ਬ੍ਰਹਮ ਗਿਆਨੀ ਵੀ ਤੂੰ ਆਪ ਹੈ ਪਰਮੇਸ਼ਰ, ਤਤਵੇਤਾ ਰੂਪ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਰੂਪ ਵੀ ਤੂੰ ਆਪ ਹੀ ਹੈ। ਕੌਲ ਤੂੰ ਹੈ ਕਵੀਆ ਤੂੰ ਹੈ, ਹੇ ਵਾਹਿਗੁਰੂ ਸੂਰਜ ਤੇ ਚੰਦ ਰੂਪ ਵੀ ਤੂੰ ਆਪ ਹੀ ਹੈ। ਤੇ ਜਿਸ ਤਰ੍ਹਾਂ ਸੂਰਜ ਦੇ ਚੰਦਰਮਾ ਦੇ ਕੇ ਕਮੀਆਂ ਪਿੱਛੇ ਸੁਣਿਆ ਪਹਿਲੇ ਅਰਥ ਦੇ ਵਿੱਚ ਤੁਸੀਂ, ਖੜਾਉਣ ਵਾਲਾ ਉੱਤਮ ਅਧਿਕਾਰੀ ਸੂਰਜ ਕੌਣ ਹੈ? ਗੁਰੂ ਰੂਪੀ ਸੂਰਜ ਤੂੰ ਆਪ ਹੀ ਹੈ। ਤੇ ਸੂਰਜ ਚੰਦਰਮਾ ਦਾ ਰੂਪ ਨਹੀਂ ਧਾਰਨ ਕਰ ਸਕਦਾ, ਚੰਦਰਮਾ ਸੂਰਜ ਦਾ ਰੂਪ ਨਹੀਂ ਧਾਰਨ ਕਰ ਸਕਦਾ, ਪਰ ਤੂੰ ਕੈਸਾ ਗੁਰੂ ਹੈ? ਗਿਆਨ ਦੇਣ ਵੇਲੇ ਤੂੰ ਸੂਰਜ ਦਾ ਰੂਪ ਹੋ ਕੇ ਉੱਤਮ ਜਗਿਆਸੂਆਂ ਨੂੰ ਕਮਲਾਂ ਦੀ ਨਿਆਈ ਖੜਾ ਦੇਣਾ, ਤੇ ਜਿਹੜੇ ਮੱਧਮ ਅਧਿਕਾਰੀ ਨੇ ਉਹ ਚੰਦਰਮਾ ਦੀ ਨਿਆਈ, ਉਹਨਾਂ ਨੂੰ ਮਿੱਠਾ ਪਿਆਰਾ ਉਪਦੇਸ਼ ਦੇ ਕੇ ਉਹ ਮੱਧਮ ਅਧਿਕਾਰੀਆਂ ਨੂੰ ਜਿਵੇਂ ਰਾਤ ਨੂੰ ਚੰਦਰਮਾ ਨੂੰ ਦੇਖ ਕੇ ਖੁੱਡਦੀਆਂ ਨੇ, ਤੇ ਵਿਰਾਗ ਰੂਪੀ ਰੂਪ ਆਪਣਾ ਦਿਖਾ ਦਿੰਦਾ, ਜਦੋਂ ਵਿਰਾਗ ਰੂਪੀ ਰੂਪ ਜਿਹੜਾ ਚੰਦਰਮਾ ਦਾ ਰੂਪ ਹੈ ਤੇਰਾ ਸਤਿਗੁਰੂ ਜੀ, ਤੇ ਫਿਰ ਉਹ ਕਮੀਆਂ ਦੀ ਨਹੀਂ ਜਿਹੜੇ ਮੱਧਮ ਅਧਿਕਾਰੀ ਉਹ ਖਿੜ ਜਾਂਦੇ ਹੈ। ਇਹ ਗੁਰੂ ਦੇ ਦੋਨੇ ਰੂਪ ਨੇ, ਚੰਦਰਮਾ ਰੂਪ ਵੀ ਤੇ ਸੂਰਜ ਰੂਪ ਵੀ। ਇਹ ਖੜਾਉਣ ਵਾਲਾ ਉੱਤਮ ਅਧਿਕਾਰੀ ਤੇ ਮੱਧਮ ਅਧਿਕਾਰੀ ਇਹ ਸੱਚੇ ਪਾਤਸ਼ਾਹ ਤੂੰ ਆਪ ਹੀ ਹੈ, ਆਪੇ ਵੇਖ ਵਿਗਾਸ, ਤੇ ਆਪ ਹੀ ਫਿਰ ਇਹਨਾਂ ਕਮੀਆਂ ਦੀ ਨਿਆਈ। ਫਿਰ ਹੁਣ ਜਗਿਆਸੂ ਰੂਪ ਵੀ ਤਾਂ ਤੂੰ ਆਪ ਹੀ ਹੈ, ਇਹ ਤਾਂ ਤੇਰੇ ਕੌਤਕ ਨੇ। ਵਿਗਾਸ ਪ੍ਰਸੰਨ ਵੀ ਆਪੇ ਹੋਣਾ ਤੇ ਜਗਿਆਸੂ ਪ੍ਰਸੰਨ ਹੋ ਰਿਹਾ, ਇਹ ਜਗਿਆਸੂ ਰੂਪ ਵੀ ਤੇਰਾ ਆਪ ਹੀ ਹੈ। ਅਸਲ ਦੇ ਵਿੱਚ ਇਹ ਬਿਰਤੀਆਂ ਹੁੰਦੀਆਂ ਨੇ। ਜਦੋਂ ਸਾਡੀ ਬਿਰਤੀ ਵਿਸ਼ੇ ਵਿਕਾਰਾਂ ਵਾਲੀ ਹੋਊਗੀ ਤਾਂ ਤੁਰੇ ਜਾਂਦੇ ਸਾਨੂੰ ਮਨ ਦੇ ਅੰਦਰ ਵਿਕਾਰ ਦਾ ਫੁਰਨਾ ਫਰੂਗਾ, ਦੂਸਰੇ ਸਰੀਰ ਨੂੰ ਦੇਖ ਕੇ ਅੰਦਰ ਚਿਤਵਣੀ ਉਸੇ ਤਰ੍ਹਾਂ ਦੀ ਚੱਲ ਪਊ, ਕਿਉਂਕਿ ਸਾਡੇ ਅੰਦਰ ਵਿਕਾਰ ਹੈ। ਤੁਰੇ ਜਾਂਦੇ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਤੁਸੀਂ ਕੀ ਚਿਤਵਿਆ। ਕਿਸੇ ਦੀ ਧੀ ਪੈਣ ਜਾਂਦੀ ਹੈ, ਆਪਣੀ ਨਹੀਂ ਲੱਗਦੀ ਉਸ ਵੇਲੇ, ਕਿਉਂ? ਸਾਡੇ ਅੰਦਰ ਖੋਟ ਆ ਗਈ। ਖੋਟਾ ਪੈਸਾ ਆਪਣੇ ਬਾਣੀਆਂ ਨੂੰ ਕਿਹਾ ਦੋਸਤ, ਉਹਨੂੰ ਤਾਂ ਪਤਾ ਵੀ ਨਹੀਂ ਹੈ ਵਿਚਾਰੇ। ਇਸੇ ਤਰ੍ਹਾਂ ਕੋਈ ਪੁਰਸ਼ ਤੁਰਿਆ ਜਾਂਦਾ ਹੈ, ਬੀਬੀ ਦਾ ਮਨ ਦੇ ਵਿੱਚ ਲਵਾਇਮਾਨ ਹੋ ਜਾਏ, ਉਹਨੂੰ ਪੁਰਸ਼ ਨੂੰ ਕੋਈ ਪਤਾ ਨਹੀਂ ਹੈ। ਸਾਧੂਆਂ ਸੰਤਾਂ ਰਿਸ਼ੀਆਂ ਮੁਨੀਆਂ ਤੇ ਐਸੇ ਭਾਣੇ ਵਰਤਦੇ ਰਹੇ, ਇਹ ਮਨ ਦੇ ਵਿੱਚ ਖੋਟ ਪਈ ਹੈ। ਇਸ ਕਰਕੇ ਦੂਸਰੇ ਨੂੰ ਪਤਾ ਵੀ ਨਹੀਂ ਲੱਗਦਾ ਹੈ। ਮਨ ਦੀ ਖੋਟ ਦੂਰ ਕਰਨੀ ਹੈ। ਪਰ ਇਹ ਸੱਚੇ ਪਾਤਸ਼ਾਹ ਜਦੋਂ ਬਿਰਤੀ, ਇਹ ਬਿਰਤੀ ਬਣੀ ਹੈ, ਜਦੋਂ ਕਿਸੇ ਦੀ ਬਿਰਤੀ ਚੋਰ ਵਾਲੀ ਹੋ ਜਾਵੇ ਨਾ, ਉਹ ਦੂਏ ਨੂੰ ਵੀ ਚੋਰੇ ਦਿਖੀ ਜਾਂਦਾ ਹੈ। ਕਿ ਇੱਕ ਬੰਦੇ ਨੇ ਕਹਿੰਦੇ ਉਹ ਕਿਤੇ ਦੁਕਾਨਦਾਰ ਸੀ, ਉਹਨੇ ਕਿਤੇ ਬਿੱਲਾ ਕਰਦਾ ਸੀ, ਬਹੁਤ ਜ਼ਿਆਦਾ ਨੁਕਸਾਨ, ਉਹਦੇ ਕਿਤੇ ਡਿੱਕੇ ਆ ਗਿਆ, ਉਹਨੇ ਬਿੱਲਾ ਮਾਰਤਾ। ਉਹ ਜਦੋਂ ਬਿੱਲਾ ਮਾਰਿਆ, ਬਾਣੀਆਂ ਕਮਜ਼ੋਰ ਦਿਲ ਹੁੰਦਾ ਹੈ, ਇਹਦਾ ਜੇ ਕਿਤੇ ਲੜ ਪਵੇ ਨਾ ਇੱਕ ਦੂਜੇ ਨਾਲ, ਪਤਾ ਕੀ ਕਹਿੰਦਾ ਹੁੰਦਾ ਹੈ? ਕਹਿੰਦਾ ਪਰੇ ਹਾਜਾ ਨਹੀਂ, ਛਟਾਕੀ ਮਾਰ ਦੂੰ ਤੇਰੇ। ਛਟਾਕੀ ਸਭ ਤੋਂ ਛੋਟਾ ਬੱਟਾ ਹੁੰਦਾ ਹੈ ਵੀ ਜ਼ਿਆਦਾ ਨਾ ਕਿਤੇ ਨੁਕਸਾਨ ਹੋਵੇ। ਆ ਇੱਥੇ ਕਿ ਦੋ ਬਾਣੀਆਂ ਲੜਨ, ਬਹੁਤ ਪੁਰਾਣੀ ਗੱਲ ਹੈ। ਉਹ ਕਹੀਂ ਜਾਵੇ, ਕਹਿੰਦਾ ਲੋਕੋ ਮੈਨੂੰ ਫੜ ਲੋ, ਕਹਿੰਦੇ ਨਹੀਂ ਮਾਰ ਦੂੰ ਮੈਂ ਇਹਨੂੰ, ਲੋਕੋ ਮੈਨੂੰ ਫੜ ਲੋ ਕਿ ਨਹੀਂ ਮੈਂ ਮਾਰ ਦੂੰ ਇਹਨੂੰ। ਇਸ ਕਰਕੇ ਨਾ
ਉਹ ਬਾਣੀਏ ਦੀ ਬਿਰਤੀ ਜਿਹੜੀ ਹੈ ਉਹਦੇ ਵਿੱਚ ਉਹ ਡਰ ਸਹਿਮ ਜ਼ਿਆਦਾ ਹੁੰਦਾ ਹੈ। ਉਹ ਜਿੱਥੇ ਵੀ ਦੋ ਬੰਦੇ ਖੜੇ ਹੋਇਆ ਕਰਨ, ਕੋਲ ਜਾ ਕੇ ਕਿਹਾ ਕਰੇ, ਕਹਿੰਦੇ ਬਿੱਲੇ ਦੀ ਗੱਲ ਕਰਦੇ ਹੋ। ਉਹ ਕਿਹੜੇ ਬਿੱਲੇ ਦੀ ਗੱਲ ਕਰਦੇ ਆ? ਉਹ ਜਿੱਥੇ ਵੀ ਦੋ ਬੰਦੇ ਉਹ ਕਹਿੰਦੇ ਬਿੱਲੇ ਦੀ ਗੱਲ ਕਰਦੇ ਹੋ। ਉਹ ਕਹਿੰਦੇ ਵੀ ਇਹ ਕੀ ਗੱਲ ਹੋ। ਉਹਨੇ ਜਦੋਂ ਕਰੀ ਉਹ ਕਹਿੰਦੇ ਵੀ ਇਹਨੇ ਬਿੱਲਾ ਮਾਰਿਆ, ਉਹ ਉੱਥੋਂ ਹੀ ਫੜਿਆ ਗਿਆ। ਕਹਿੰਦੇ ਅੰਦਰ ਪਿਆ ਬਿੱਲਾ ਮਾਰਿਆ ਹੋਇਆ, ਤਾਂ ਪੁੱਛਦੇ ਆ ਕਿ ਤੂੰ, ਕਿਉਂਕਿ ਅੰਦਰ ਬਿੱਲਾ ਪਿਆ ਸੀ ਉਹਦੇ। ਜਦੋਂ ਅੰਦਰ ਵਿਕਾਰ, ਅਸੀਂ ਦੂਜੇ ਨੂੰ ਵਿਕਾਰੀ ਦੇਖਾਂਗੇ। ਅੰਦਰ ਲਾਲਚ ਹੈ, ਦੂਜੇ ਨੂੰ ਲਾਲਚੀ। ਅੰਦਰ ਕ੍ਰੋਧ ਹੈ, ਦੂਜੇ ਨੂੰ ਕ੍ਰੋਧੀ। ਗੁਰੂ ਨਾਨਕ ਸਾਹਿਬ ਕਹੀ ਜੀ ਬਿਰਤੀ ਦਿੰਦੇ ਨੇ। ਵਿਕਾਰੀ ਨੂੰ ਦੇਖ ਕੇ, ਮਛੇਰੇ ਨੂੰ ਦੇਖ ਕੇ ਕਹਿੰਦੇ ਸੱਚੇ ਪਾਤਸ਼ਾਹ, ਮੈਂ ਕਾਹਨੂੰ ਮਛੇਰੇ ਨੂੰ ਪਾਪੀ ਕਹਾਂ, ਮੈਂ ਕਾਹਨੂੰ ਇਸਤਰੀ ਪੁਰਸ਼ ਨੂੰ ਕਹਾਂ ਵਿਸ਼ਾ ਭੋਗਣ ਵਾਲੇ ਨੇ, ਤੇਰੇ ਹੀ ਰੂਪ ਧਾਰਨ ਕੀਤੇ ਨੇ। ਇਹ ਹੈ ਬਿਰਤੀ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਜੋ ਨਾਮਦੇਵ ਦੀ ਬਿਰਤੀ ਬਦਲੀ, ਕਹਿੰਦਾ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ। ਇਹ ਬਿਰਤੀ ਹੋਈ ਹੈ। ਜਦੋਂ ਤੁਹਾਡੀ ਬਿਰਤੀ ਇਹ ਜੀ ਬਣ ਗਈ, ਬੈਰ ਵਿਰੋਧ ਉਸ ਵੇ। ਮਹਾਰਾਜ ਕੀ ਕਹਿੰਦੇ ਨੇ ਗੁਰਮੁਖੋ, ਬੈਰ ਵਿਰੋਧ, ਗੁਰਮੁਖ ਵੈਰ ਵਿਰੋਧ ਮਿਟਾਵੈ। ਗੁਰਮੁਖ ਉਹ ਹੈ ਜਿਹੜਾ ਨਾ ਬੈਰ ਕਰੇ ਕਿਸੇ ਨਾਲ, ਨਾ ਵਿਰੋਧ ਕਰੇ। ਵਿਰੋਧ ਵੀ ਨਾ ਕਰੋ। ਤੀਕਸ਼ਣ ਬਿਰਤੀ ਹੋਗੀ, ਤੁਸੀਂ ਵਿਰੋਧ ਕਰੋਗੇ। ਪੁੱਤ ਬਾਪ ਦਾ ਵਿਰੋਧ ਕਰ ਦੂ, ਅਰ ਪਰੇ ਚ ਖੜੇ ਦੀ ਦਾੜੀ ਪੱਟ ਦੂਗਾ। ਜੇ ਹੰਕਾਰ ਵਿਦਿਆਰਥੀ ਨੂੰ ਆ ਗਿਆ, ਪਰੇ ਚ ਖੜੇ ਆਪਣੇ ਉਸਤਾਦ ਦੇ ਗਲ ਪੈ ਜਾਊਗਾ। ਕੀ ਹੈ ਇਹ? ਹੰਕਾਰ ਹੈ। ਜਦੋਂ ਹੰਕਾਰ ਆ ਗਿਆ, ਬੇਇੱਜ਼ਤੀ ਕਰੂਗਾ ਦੂਸਰੇ ਦੀ। ਜੇ ਦੂਸਰੇ ਦੀ ਖਿਮਾ, ਉਹ ਖਿਮਾ ਕਹਿੰਦਾ ਚੰਗਾ ਭਾਈ ਤੂੰ ਵੱਡਾ ਹੈ, ਮੈਂ ਛੋਟਾ ਹੈ। ਗੱਲ, ਲੜਾਈ ਖਤਮ ਹੋ ਗਈ ਉੱਥੇ। ਇਸ ਕਰਕੇ ਬਿਰਤੀ ਧਾਰਨ ਕਰੋ। ਜੇ ਕਥਾ ਦਿੱਤੀ ਹੈ ਗੁਰੂ ਨੇ, ਇਹਦੇ ਨਾਲ ਨਾਲ ਤੁਸੀਂ ਵੀ ਆਪਣਾ ਸੁਭਾਅ ਬਦਲੋ ਤੇ ਮੈਂ ਵੀ ਆਪਣਾ ਸੁਭਾਅ ਬਦਲਾਂ। ਗੁਰੂ ਨਾਨਕ ਸਾਹਿਬ ਦੇ ਬਚਨ ਇਹ ਕਿਸੇ ਦੇ ਆਮ ਬੰਦੇ ਦੇ ਬਚਨ ਨਹੀਂ, ਕਿਸੇ ਰਿਸ਼ੀ ਮੁਨੀ ਦੇ ਨਹੀਂ। ਇਹ ਤਾਂ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ, ਆਪ ਨਾਰਾਇਣ ਕਲਾਧਰ। ਇਹਦਾ ਰੱਬ ਦੀ ਬਾਣੀ ਹੈ। ਗੁਰਮੁਖੋ ਰੱਬ ਦੀ ਬਾਣੀ, ਇਹ ਰੱਬੀ ਬੋਲਣ। ਸਾਡੀ ਕਿਸਮਤ ਚੰਗੀ ਹੈ ਕਿ ਸਾਨੂੰ ਨਾ ਰੱਬੀ ਬੋਲਣ ਦੀ ਵਿਆਖਿਆ ਪ੍ਰਾਪਤ ਹੈ। ਬਹੁਤ ਵੱਡੇ ਭਾਗ, ਕੋਈ ਵੱਡਾ ਹੀ ਭਾਗ ਜਾਗਿਆ ਹੋਇਆ ਜਿਹੜੇ ਮਾਈ ਭਾਈ ਕਥਾ ਸੁਣਦੇ। ਆਓ ਤੇ ਇੱਥੇ ਹੀ ਸਮਾਪਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਤੇ ਅੱਜ ਦੋ ਹੀ ਸ਼ਬਦ ਇੱਥੇ ਹੋਇਆ ਕਿਉਂਕਿ ਹੁਣ ਸਮਾਂ ਹੋ ਗਿਆ ਹੈ। ਵੈਸੇ ਪੰਨਾ ਪੂਰਾ ਤਾਂ ਅੱਗੇ ਚੱਲ ਕੇ ਹੁੰਦਾ ਸੀ, ਇਹਦੀ ਵਿਚਾਰ ਕੱਲ ਹੋ ਜਾਏਗੀ। ਹਾਂਜੀ। ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।